ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਬਹੁਤ ਸਾਰੇ ਫੌਜੀਆਂ ਨੇ ਫੌਜ ਛੱਡ ਦਿੱਤੀ ਸੀ ਤੇ ਉਹਨਾਂ ਨੂੰ ਬਾਅਦ ਚੋਂ ਧਰਮੀ ਫੌਜੀ ਕਿਹਾ ਗਿਆ। ਉਹਨਾਂ 'ਚ ਇੱਕ ਨਾਂ ਸੀ ਤਰਲੋਚਨ ਸਿੰਘ ਮਾਣੋਚਾਲ। ਬਾਬਾ ਗੁਰਬਚਨ ਸਿੰਘ ਮਾਣੋਚਾਲ ਦੇ ਛੋਟੇ ਭਰਾ ਵੀ ਫੌਜ ਸੀ, ਫੌਜ ਛੱਡ ਕੇ ਆਏ ਸੀ। 6:40 ਤੇ ਸਾਨੂੰ BBC ਲੰਡਨ ਦੀਆਂ ਖਬਰਾਂ ਤੋਂ ਮਾਰਕਟ ਵਾਲੀ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਭਾਰਤੀ ਫੌਜ ਨੇ ਹਰਿਮੰਦਰ ਸਾਹਿਬ ਤੇ ਕਬਜ਼ਾ ਕਰ ਲਿਆ। ਇੱਕਦਮ ਸਾਰੀ ਯੂਨਿਟ ਦੇ ਵਿੱਚ ਜਿਹੜਾ ਨਾ ਉਹ ਮਾਤਮ ਜਿਹਾ ਛਾ ਗਿਆ, ਜਿਵੇਂ ਕੋਈ ਪਰਿਵਾਰ ਦੇ ਵਿੱਚ ਕੋਈ ਜੀ ਮਰਿਆ ਹੋਵੇ। ਤੇ ਜਾਂਦਿਆਂ ਨੂੰ ਮੇਰੀ ਸਿੰਘਣੀ ਵੀ ਰੋ ਰਹੀ ਸੀ। ਮੈਨੂੰ ਕਹਿੰਦੇ ਸੰਤਾਂ ਨੂੰ ਸ਼ਹੀਦ ਕਰਤਾ। ਤੇ ਮਨ ਦੇ ਵਿੱਚ ਹੀ ਵੀ ਸਾਡਾ ਜਿਹੜਾ ਮਤਲਬ ਭਰਾ ਵਾ ਬਾਬਾ ਗੁਰਬਚਨ ਸਿੰਘ ਮਾਣੋਚਾਲ, ਉਹ ਸੰਤਾਂ ਤੋਂ ਪਿੱਛੇ ਨਹੀਂ ਰਹਿੰਦਾ। ਤੇ ਉਹ ਵੀ ਨਾਲ ਜੇ ਸੰਤ ਸ਼ਹੀਦ ਹੋ ਗਏ ਤਾਂ ਉਹ ਵੀ ਸ਼ਹੀਦ ਹੋ ਗਿਆ। ਉਸ ਟਾਈਮ ਕੋਈ ਕਿਸੇ ਨੇ ਫਿਰ ਰੋਕਿਆ ਨਹੀਂ, ਰੋਕਣ ਦੀ ਕੋਸ਼ਿਸ਼ ਕੀਤੀ? ਰੋਕਣ ਦੀ ਕੋਸ਼ਿਸ਼ ਜਦੋਂ 43 ਹਥਿਆਰਾਂ ਦਾ ਚੱਲਣ ਡਿਆ ਫੈਰ, ਰੋਕਣ ਦੀ ਕੋਸ਼ਿਸ਼ ਕਿਸੇ ਦੀ ਹਿੰਮਤ ਗਈ ਵੀ ਜਾ ਕੇ ਰੋਕਣ ਦੀ। ਅਫਸਰਾਂ ਨੂੰ ਪਤਾ ਲੱਗ ਗਿਆ ਸੀ। ਅਫਸਰ ਤਾਂ ਜੂਨਟ ਛੱਡ ਕੇ ਭੱਜ ਗਏ। ਤੇ ਪਿੰਡਾਂ ਦੀਆਂ ਜਨਾਨੀਆਂ ਸਿਰ ਤੇ ਘੜੇ ਆਪਣਾ ਚਾਟੀਆਂ ਦੁੱਧ ਦੀਆਂ ਚੁੱਕ ਕੇ ਫੌਜੀਆਂ ਦੇ ਵਿੱਚ ਆ ਗਏ। ਨੌਜਵਾਨ ਕੁੜੀਆਂ ਆ ਗਈਆਂ ਗੁੜ ਚੁੱਕੇ, ਗੁੜਾਂ ਦੇ ਤੋੜੇ ਜਿਹੜੇ ਗੱਡੀਆਂ ਸੁੱਟੀ ਜਾਣਾ ਤੇ ਫੜੋ ਮਤਲਬ ਰਸਤੇ ਖਾ ਲਿਓ। ਅੱਧਾ ਘੰਟਾ ਸਭ ਟਾਈਮ ਸੀ। ਅੱਧੇ ਘੰਟੇ ਦੇ ਵਿੱਚ ਸਾਨੂੰ ਟੈਂਕਾਂ ਤੇ ਟੋਪਿਆਂ ਦਾ ਘੇਰਾ ਪਿਆ। ਛਾਛ ਫਿਰ ਜਿਹੜੇ ਬੰਦੇ ਮੀਟ ਨਹੀਂ ਖਾਂਦੇ ਉਹਨਾਂ ਦੇ ਸਬਜ਼ੀ ਦੇ ਵਿੱਚੋਂ ਮੀਟ ਆਉਣਾ, ਮੀਟ ਦੀਆਂ ਹੱਡੀਆਂ ਆਉਣੀਆਂ ਬ੍ਰੇਕਫਾਸਟ ਦੇ ਟਾਈਮ ਦੇ ਉੱਤੇ। ਮੇਰੇ ਤੱਕ ਵੀ ਪੁੱਛ ਗਏ, ਮੇਰੇ ਪਰਿਵਾਰ ਤੱਕ, ਪਿੰਡ ਤੱਕ ਮੇਰੀ ਇਨਕੁਆਇਰੀ ਹੋਈ। ਜਦੋਂ ਪਿੰਡੋਂ ਇਨਕੁਆਇਰੀ ਗਈ ਉਹਦੇ ਵਿੱਚ ਉਹਨਾਂ ਲਿਖਤਾ ਕਿ ਇਹ ਪਰਿਵਾਰ ਜਿਹੜਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਢਾਣਿਆਂ ਦੇ ਨਾਲ ਦਮਦਮੀ ਟਕਸਾਲ ਨਾਲ ਕਨੈਕਟਡ ਹੈ। ਜਦੋਂ ਉਹਨਾਂ ਮੈਨੂੰ 14 ਸਾਲ ਸਜ਼ਾ ਸੁਣਾਈ ਤੇ ਮੰਮੀ ਜੀ ਘਰ ਛੱਡਤਾ। ਡਾਕਟਰ ਸਤਨਾਮ ਸਿੰਘ ਦੇ ਨਾਂ ਤੇ ਬਾਬਾ ਮਾਣੋਚਾਲ ਨੇ ਉੱਥੇ ਮੁਲਾਕਾਤ ਕੀਤੀ। ਦਾੜੀ ਬੱਧੀ ਹੋਈ ਸੀ, ਐਨਕਾਂ ਲਾਈਆਂ, ਕੁੜ ਪਿੰਡ ਪਾਇਆ ਸੀ। ਬਾਬਾ ਗੁਰਬਚਨ ਸਿੰਘ ਮਾਣੋਚਾਲ ਨੇ ਘੱਟੋ ਘੱਟ 35-40 ਮਿੰਟ ਪ੍ਰਚਾਰ ਕੀਤਾ। ਉਹਦੇ ਵਿੱਚ ਇਹਨਾਂ ਮੁੱਖ ਗੱਲਾਂ ਕੀਤੀਆਂ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਜਿੰਨਾ ਚਿਰ ਸਾਡੇ ਜਿਹੜੇ ਧੜ ਦੇ ਉੱਤੇ ਸੀਸ ਆ ਉਹਨਾਂ ਚਿਰ ਅਸੀਂ ਤੁਹਾਡੀ ਰਿਹਾਈ ਵਾਸਤੇ ਲੜਦੇ ਰਹਾਂਗੇ। ਉਹਨਾਂ ਦਿਨਾਂ ਦੇ ਜਿਹੜੇ ਸਾਡੇ 2-2 ਸਾਲ ਵਾਲੇ ਬੰਦੇ ਸੀ ਨਾ, 2 ਸਾਲ 3 ਸਾਲ ਵਾਲੇ, ਉਹ ਜਦੋਂ ਨਿਕਲਦੇ ਸੀ ਤੇ ਉਹ ਖੜਕੋਂ ਨਾਲ ਲੱਦਦੇ ਸੀ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਬਹੁਤ ਸਾਰੇ ਫੌਜੀਆਂ ਨੇ ਫੌਜ ਛੱਡ ਦਿੱਤੀ ਸੀ ਤੇ ਉਹਨਾਂ ਨੂੰ ਬਾਅਦ ਚੋਂ ਧਰਮੀ ਫੌਜੀ ਕਿਹਾ ਗਿਆ। ਹਾਲਾਂਕਿ ਉਹਨਾਂ ਫੌਜੀਆਂ ਨੂੰ ਉਵੇਂ ਨਹੀਂ ਸਾਂਭਿਆ ਗਿਆ ਸਿੱਖ ਸੰਸਥਾਵਾਂ ਵੱਲੋਂ ਜਿਵੇਂ ਸਾਂਭਿਆ ਜਾਣਾ ਚਾਹੀਦਾ ਸੀ। ਉਹਨਾਂ 'ਚ ਇੱਕ ਨਾਂ ਸੀ ਤਰਲੋਚਨ ਸਿੰਘ ਮਾਣੋਚਾਲ। ਬਾਬਾ ਗੁਰਬਚਨ ਸਿੰਘ ਮਾਣੋਚਾਲ ਦੇ ਛੋਟੇ ਭਰਾ ਵੀ ਫੌਜ ਸੀ, ਫੌਜ ਛੱਡ ਕੇ ਆਏ ਸੀ। ਕੀ ਸੀ ਪੂਰੀ ਕਹਾਣੀ, ਉਹਨਾਂ ਤੋਂ ਸੁਣਦੇ ਹਾਂ ਅੱਜ ਕਿੱਥੋਂ ਗੱਲ ਸ਼ੁਰੂ ਹੁੰਦੀ ਹੈ ਤੇ ਕਿੱਥੇ ਗੱਲ ਖਤਮ ਹੁੰਦੀ ਹੈ। ਮਾਣੋਚਾਲ ਸਾਹਿਬ, ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਮੈਂ ਸਭ ਤੋਂ ਪਹਿਲਾਂ ਇਹੀ ਪੁੱਛਣਾ ਚਾਹੁੰਦਾ ਕਿ ਕਿੱਥੋਂ ਸ਼ੁਰੂਆਤ ਹੁੰਦੀ ਹੈ, ਕਿਹੜੀ ਰੈਜੀਮੈਂਟ ਸੀਗੀ, ਔਰ ਤੁਹਾਨੂੰ ਉੱਥੇ ਪਹਿਲਾਂ ਹੀ ਤੁਹਾਡੇ ਪਲਾਨ ਸੀ ਜਾਂ ਬਾਅਦ 'ਚੋਂ ਬਣੀ? ਜਦੋਂ ਦਰਬਾਰ ਸਾਹਿਬ ਦੇ ਉੱਤੇ ਸਾਰਾ ਕੁਝ ਮੁਕੰਮਲ ਕਬਜ਼ਾ ਹੋ ਚੁੱਕਾ ਸੀ ਭਾਰਤੀ ਫੌਜ ਦਾ, ਤੇ ਉਸ ਟਾਈਮ ਤੋਂ ਬਾਅਦ ਦੇ ਵਿੱਚ ਸਾਨੂੰ ਵਾਪਸ ਯੂਨਿਟ ਦੇ ਵਿੱਚ ਲਿਆਂਦਾ ਗਿਆ। ਯੂਨਿਟ ਦੇ ਵਿੱਚ ਸਾਨੂੰ ਫਿਰ ਵੀ ਕੋਈ ਖਬਰ ਨਹੀਂ ਕਿ ਕੀ ਗੱਲ ਹੋਈ। ਮੈਂ ਤੁਹਾਨੂੰ ਦੱਸਣਾ ਭੁੱਲਿਆ ਕਿ ਮੈਨੂੰ ਇਹਨਾਂ ਨੂੰ ਹੁਕਮ ਸੀ ਕਿ ਆਪਣੀ ਜਿਹੜੀ ਸਿੰਘਣੀ ਨੂੰ ਨਾਲ ਲੈ ਕੇ ਜਾਓ। ਮੈਂ ਮਈ ਮਹੀਨੇ ਦੇ ਵਿੱਚ ਮਤਲਬ ਸਿੰਘਣੀ ਨੂੰ ਨਾਲ ਲੈ ਕੇ ਗਿਆ ਤੇ ਮੇਰੀ ਸਿੰਘਣੀ ਜਿਹੜੇ ਬੱਚੇ ਸੀ ਉਹ ਮੇਰੇ ਨਾਲ ਸੀਗੇ। ਅਗਲੇ ਦਿਨ 7 ਤਰੀਕ ਨੂੰ ਇਹਨਾਂ ਨੇ, ਜਦੋਂ 6 ਤਰੀਕ ਨੂੰ ਅਸੀਂ ਰਾਤ 9-10 ਵਜੇ ਵਾਪਸ ਆਉਂਦੇ ਹਾਂ, ਅਗਲੇ ਦਿਨ ਸਵੇਰੇ 6 ਵਜੇ ਜਿਹੜਾ ਇਹਨਾਂ ਨੇ ਉਹ ਰੱਖ ਦਿੱਤੀ ਹੈਗੀ ਹੈ ਪਰੇਡ। PPD ਨਹੀਂ ਹੋਏਗੀ, ਪਰੇਡ ਹੋਏਗੀ। तो सीधा मतलब ट्रेनिंग जी है, जिदा ट्रेनिंग चलती है ट्रेनिंग के स्काट पोस्ट में कहा बैठने वाली जगह वो अगे हथियार रख के ट्रेनिंग दी जाती है, खुलता कि जोड़ता कि जां फायरिंग की हैगी वो सारी मतलब कार्रवाई जो फौजी सिंह जानते हो भी कि होंगी। वो होने तो बाद 6:40 पर सानू BBC लंदन दी खबरां तो मार्कट वाली दी रिपोर्ट तो पता लगा कि भारतीय फौज ने हरिमंदर साहब ते कब्जा कर लिया। वो खबरां दे विच जिहड़ी रिपोर्ट सी ਉਹਦੇ ਵਰਲਡ ਕੁਛ ਇਸ ਤਰ੍ਹਾਂ ਸੀ। ਭਾਰਤੀ ਫੌਜ ਵੱਲੋਂ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਮੁਕੰਮਲ ਕਬਜ਼ਾ।
ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਜਰਨਲ ਸ਼ਬੇਗ ਸਿੰਘ ਦੀਆਂ ਲਾਸ਼ਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣਿਓਂ ਬਰਾਮਦ ਹੋ ਗਈਆਂ। ਇਹ ਜਦੋਂ ਖਬਰ ਸਾਡੇ ਸੂਬੇਦਾਰ ਅਵਤਾਰ ਸਿੰਘ ਪਹਿਰਾ ਕਰਕੇ ਸੀ, ਉਹਦੇ ਕੋਲ ਸੀਗਾ ਰੇਡੀਓ, ਜਦੋਂ ਉਹਨੇ ਖਬਰ ਸੁਣੀ ਤਾਂ ਉਹ ਸਰਕਾਰ ਨੂੰ ਗਾਲਾਂ ਕੱਢਣ ਲੱਗ ਗਿਆ। ਜਿੱਥੋਂ ਸਾਨੂੰ ਪਤਾ ਲੱਗ ਗਿਆ ਵੀ ਆਹ ਗੱਲ, ਜਦੋਂ ਇਹ ਸੂਬੇਦਾਰ ਨੂੰ ਪੁੱਛਿਆ ਕੀ ਗੱਲ ਆ, ਤੇ ਉਹਨੇ ਦੱਸਿਆ ਵੀ ਆਹ ਗੱਲ ਇਹ ਹੈ, ਹਰਿਮੰਦਰ ਸਾਹਿਬ ਦੇ ਉੱਤੇ ਢਹਿ ਢੇਰੀ ਕਰਕੇ ਆਪਣਾ ਅਕਾਲ ਤਖ਼ਤ ਸਾਹਿਬ 'ਤੇ ਉਹਨਾਂ ਕਬਜ਼ਾ ਕਰ ਲਿਆ ਤੇ ਸੰਤਾਂ ਦੀ ਜਿਹੜੇ ਉਹ ਸ਼ਹੀਦ ਹੋ ਗਏ। ਸੰਤ ਦੇ ਨਾਲ ਜਨਰਲ ਸ਼ਬੇਗ ਸਿੰਘ ਵਗੈਰਾ ਉਹ ਸਾਰੇ ਸ਼ਹੀਦ ਹੋ ਗਏ। ਇਸੇ ਗੱਲੋਂ ਮਤਲਬ ਇੱਕਦਮ ਸਾਰੀ ਯੂਨਿਟ ਦੇ ਵਿੱਚ ਜਿਹੜਾ ਨਾ ਉਹ ਮਾਤਮ ਜਿਹਾ ਛਾ ਗਿਆ, ਜਿਵੇਂ ਕੋਈ ਪਰਿਵਾਰ ਦੇ ਵਿੱਚ ਕੋਈ ਜੀ ਮਰਿਆ ਹੋਵੇ ਤੇ ਉਹ ਪਰਿਵਾਰ ਦੇ ਵਿੱਚ ਹੁੰਦਾ ਵੀ ਇਹ ਬਹੁਤ ਹੋ ਗਿਆ। ਉਸ ਤੋਂ ਬਾਅਦ ਬ੍ਰੇਕਫਾਸਟ ਦਾ ਟਾਈਮ ਸੀ, ਬ੍ਰੇਕਫਾਸਟ ਹੋਈ, ਕਿਸੇ ਬੰਦੇ ਨੇ ਬ੍ਰੇਕਫਾਸਟ ਨਹੀਂ, ਕਿਸੇ ਨੇ ਖਾਧੀ, ਕਿਸੇ ਨੇ ਨਹੀਂ ਖਾਧੀ। ਮੈਂ ਕਹਿ ਨਹੀਂ ਸਕਦਾ ਸਾਰਿਆਂ ਨੂੰ, ਮੈਂ ਕਿਹਾ ਮਤਲਬ ਹਰ ਇੱਕ ਦੇ ਨਾਲ ਵੱਜਾ ਸੀਗਾ। ਤੇ ਪਰ ਉਹ ਬ੍ਰੇਕਫਾਸਟ ਦੇ ਟਾਈਮ 'ਤੇ ਜਿਹੜੀ ਯੂਨਿਟ ਜਿਹਨੂੰ ਨਹੀਂ ਵੀ ਪਤਾ ਲੱਗਣਾ, ਉਹ ਸਾਰੀਆਂ ਕੰਪਨੀਆਂ ਦੇ ਵਿੱਚ 1 ਮਿੰਟ ਦੇ ਵਿੱਚ ਗੱਲ ਫੈਲ ਗਈ। ਮੈਂ ਚਲਾ ਗਿਆ ਸੀ ਫੈਮਿਲੀ ਕੁਆਟਰ ਦੇ ਵਿੱਚ, ਆਪਣੇ ਕੁਆਟਰ 'ਚ, ਉੱਥੋਂ ਬ੍ਰੇਕਫਾਸਟ ਕਰਨੀ ਸੀ ਤੇ ਜਾਂਦਿਆਂ ਨੂੰ ਮੇਰੀ ਸਿੰਘਣੀ ਵੀ ਰੋ ਰਹੀ ਸੀ। ਮੈਂ ਉਹਨੂੰ ਪੁੱਛਿਆ ਕੀ ਗੱਲ ਹੋਈ? ਮੈਨੂੰ ਕਹਿੰਦੇ ਸੰਤਾਂ ਨੂੰ ਸ਼ਹੀਦ ਕਰਤਾ। ਉਹ ਮੈਂ ਕਿਹਾ ਇਹ ਫੌਜ ਦੀਆਂ ਇੱਦਾਂ ਹੀ ਗੱਲਾਂ ਹੁੰਦੀਆਂ, ਇਹ ਇੱਕ ਕੋਈ ਵੀ ਲੜਾਈ ਦੇ ਸਟੈਂਟ ਹੁੰਦੇ ਆ ਤੇ ਲੋਕਾਂ ਦੇ ਵਿੱਚ ਭਰਮ ਬਣਾਉਣ ਵਾਸਤੇ ਸੰਤ ਸ਼ਹੀਦ ਹੋ ਗਿਆ, ਕੋਈ ਗੱਲ ਨਹੀਂ ਹੈਗੀ। ਸਿਰਫ ਮੈਂ ਹੌਸਲਾ ਦੇਣ ਵਾਸਤੇ ਉਹਨੂੰ ਕਿਹਾ। ਉਹਦੇ ਮਨ ਦੇ ਵਿੱਚ ਹੀ ਵੀ ਸਾਡਾ ਜਿਹੜਾ ਮਤਲਬ ਭਰਾ ਵਾ ਬਾਬਾ ਗੁਰਵਿੰਦ ਸਿੰਘ ਮਾਨਚਲ, ਉਹ ਸੰਤਾਂ ਤੋਂ ਪਿੱਛੇ ਨਹੀਂ ਰਹਿੰਦਾ ਤੇ ਉਹ ਵੀ ਨਾਲ ਜੇ ਸੰਤ ਸ਼ਹੀਦ ਹੋ ਗਏ ਤਾਂ ਉਹ ਵੀ ਸ਼ਹੀਦ ਹੋ ਗਿਆ ਹੋਵੇ। ਜਿੱਥੇ ਸੰਤਾਂ ਦਾ ਦੁੱਖ ਸੀ ਉੱਥੇ ਨਾਲ ਉਹਨੂੰ ਭਰਾ ਇੱਧਰ ਵੀ ਮੇਰੇ ਭਰਾ ਦਾ ਵੀ ਮਤਲਬ ਮਹਿਸੂਸ ਹੋਇਆ। ਮੈਂ ਉਹਨੂੰ ਕਿਹਾ, ਮੈਂ ਕੋਈ ਗੱਲ ਨਹੀਂ ਹੈਗੀ। ਚਲੋ ਉਹਨੂੰ ਹੌਸਲਾ ਦਿੱਤਾ। ਤੇ ਮੈਂ ਕੁਛ ਠੀਕ ਨਹੀਂ ਸੀਗਾ ਕਿਉਂਕਿ 6-7 ਦਿਨ ਤੇ ਅਸੀਂ ਜਿਹੜੇ ਉਹ ਬਾਹਰ ਗਰਮੀ ਦੇ ਵਿੱਚੋਂ ਆਏ ਸੀਗੇ ਤੇ ਮੈਂ ਆਪਣੀ ਯੂਨਿਟ 'ਚ ਨਹੀਂ ਗਿਆ। ਪਹਿਲਾ ਐਕਸ਼ਨ ਕਦੋਂ ਪਲਾਨ ਕੀਤਾ, ਕੀ ਸੀ ਪਹਿਲਾ ਐਕਸ਼ਨ, ਕੀ ਸੀ ਤੁਹਾਡਾ? ਪਹਿਲਾ ਐਕਸ਼ਨ ਇਹੋ ਸਟੈਪ ਡਿਊਟੀਆਂ ਲਾਉਣ ਦਾ ਹੀ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਮੀਟਿੰਗਾਂ ਚੱਲਦੀਆਂ ਰਹੀਆਂ ਸਾਰੀ ਦਿਹਾੜੀ ਤੇ ਕਦੀ ਸਾਨੂੰ ਮਤਲਬ 2 ਵਜੇ ਤੱਕ 200 ਬੰਦੇ ਦੀ ਆਸ ਹੋ ਗਈ। ਸਜੇ ਵੱਧਦਾ ਕੰਮ ਵੱਧਦਾ ਗਿਆ। ਫਿਰ ਸਾਨੂੰ ਮਤਲਬ ਜਦੋਂ ਅਸੀਂ ਡਿਊਟੀਆਂ ਵੀ ਲਾ ਲਈਆਂ ਤੇ ਸਾਨੂੰ ਗੱਡੀਆਂ ਦਾ ਜਿਹੜਾ ਪ੍ਰਬੰਧ ਕਰਨਾ ਸੀ ਉਹ ਵੀ ਮਤਲਬ ਜਾਣਾ ਕੱਤੇ ਆ। ਇਹ ਸਾਨੂੰ 5 ਵਜੇ ਸਾਡੇ ਦਿਮਾਗ 'ਚ ਖੇਡ ਆਈ। ਫਿਰ ਅਸੀਂ 5 ਸਿੰਘ ਅਸੀਂ ਜਿਹੜੇ ਉਹ ਮਤਲਬ ਉਹਦੇ ਕੋਲ ਐਮਟੀ ਹੌਲਦਾਰ ਉਹਨੂੰ ਕਹਿੰਦੇ ਆ, ਮਕੈਨੀਕਲ ਟਰਾਂਸਪੋਰਟ, ਜਿਹਦੇ ਕੋਲ ਗੱਡੀਆਂ ਦਾ ਚਾਰਜ, ਉਹਦੇ ਕੋਲ ਗਏ ਅਸੀਂ ਡਰਦੇ ਕਿਉਂਕਿ ਉਹ ਰਾਧਾ ਸੁਆਮੀ ਸੀ। ਅਸੀਂ ਆ ਕਿ ਸਾਡੀ ਗੱਲ ਨਾ ਲੀਕ ਹੋ ਜੇ। ਪਰ ਜਦੋਂ ਅਸੀਂ ਜਾ ਰਹੇ ਰਸਤੇ ਸਾਨੂੰ ਆਰਪੀ ਦੇ ਜਿਹੜੇ ਸਾਡੇ ਰੈਜੀਮੈਂਟਲ ਪੁਲਿਸ ਹੁੰਦੀ ਆ, ਉਹਦੇ ਸਾਡੇ ਹੌਲਦਾਰ ਮਿਲ ਪਿਆ। ਹੌਲਦਾਰ ਤੇ ਇੱਕ ਸਿਪਾਹੀ ਉਹਦੇ ਨਾਲ ਸੀਗਾ। ਉਹ ਦੋਵੇਂ ਸਾਨੂੰ ਕਹਿੰਦੇ, ਉਹ ਜਾਨੀਓ ਗੱਲ ਸੁਣੋ, ਉਹ ਪੀੜੀ ਸਾਨੂੰ ਪਤਾ ਸਵੇਰ ਦੀ ਕੀ ਖਿਚੜੀ ਪੱਕਣ ਡਈ ਆ, ਅਸੀਂ ਰਿਪੋਰਟ ਨਹੀਂ ਕੀ ਦੇਣੀ ਤੇ ਖੁੱਲ੍ਹ ਕੇ ਕੰਮ ਕਰੋ, ਅਸੀਂ ਵੀ ਤੁਹਾਡੇ ਨਾਲ ਆ, ਅਸੀਂ ਵੀ ਜਾਣਾ, ਸਾਨੂੰ ਛੱਡ ਨਾ ਜਾਇਓ। ਸਾਨੂੰ ਹੋਰ ਹੌਸਲਾ ਹੋ ਗਿਆ ਵੀ ਇਹਦਾ ਮਤਲਬ ਕਿ ਜਿਹੜੇ ਜਿਨ੍ਹਾਂ ਰਿਪੋਰਟ ਦੇਣੀ ਆ ਉਹ ਵੀ ਸਾਡੇ ਨਾਲ। ਉਸ ਤੋਂ ਬਾਅਦ ਦੇ ਵਿੱਚ ਅਸੀਂ ਐਮਡੀ ਹੌਲਦਾਰ ਕੋਲ ਗਏ, ਉਹਨੂੰ ਜਾ ਕੇ ਅਸੀਂ ਆਖਿਆ, ਅਕਾਲ ਤਖ਼ਤ ਸਾਹਿਬ ਦਾ ਵਾਸਤਾ ਦਿੱਤਾ, ਹਰਿਮੰਦਰ ਸਾਹਿਬ ਦਾ ਵਾਸਤਾ ਦਿੱਤਾ। ਉਹ ਕਹਿੰਦਾ ਵੀ 1 ਮਿੰਟ ਰੁਕ ਜਾਓ। ਉਹਨੇ ਵਿਸਲ ਮਾਰੀ, ਆਪਣੇ 40 ਦੇ 40 ਡਰਾਈਵਰ ਜਿਹੜੇ ਉਹ ਬਾਹਰ ਕੱਢ ਲਏ। ਇੱਕ ਪਲਟੂਨ 40 ਬੰਦੇ ਹੁੰਦੇ, 40 ਦੇ 40 ਨੂੰ ਬਾਹਰ ਕੱਢ ਕੇ ਕਹਿੰਦਾ ਵੀ ਇੱਕ ਲੀਕ ਖਿੱਚੀ ਉਹਨੇ। ਲੀਕ ਦੇ ਵਿੱਚ ਕੀ ਸੀਗਾ? ਉਹ ਕਹਿੰਦਾ ਆ ਜੇ ਬਾਬੇ ਦੀਪ ਸਿੰਘ ਵਾਲੀ ਲੀਕ। ਇਸ ਟਾਈਮ ਤੇ ਬਾਬੇ ਦੀਪ ਸਿੰਘ ਨੇ ਹਰਿਮੰਦਰ ਸਾਹਿਬ ਜਾਣ ਵਾਸਤੇ ਇੱਕ ਲੀਕ ਖਿੱਚੀ ਸੀ ਤੇ ਅੱਜ ਮੈਂ ਐਮਟੀ ਹੌਲਦਾਰ ਹੁੰਦਾ ਹੈ ਇਹ ਲੀਕ ਖਿੱਚ ਰਿਹਾ। ਜਿਹਨੇ ਜਾਣਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਉਹ ਲਾਈਨ ਟੱਪ ਜਾਓ, ਜਿਹਨੇ ਨਹੀਂ ਜਾਣਾ ਉਹ ਜਾ ਕੇ ਅੰਦਰ ਆਪਣੇ ਬਿਸਤਰੇ 'ਤੇ ਪੈ ਜਾਓ, ਅੰਦਰ ਚੱਲ ਜਾਓ ਜਾਂ ਨਾ ਟੱਪੋ। ਉਸ ਤੋਂ ਬਾਅਦ ਜੋ ਹੌਲਦਾਰ ਨੇ ਸਭ ਤੋਂ ਪਹਿਲਾਂ ਆਪ ਉਹ ਲਾਈਨ ਕ੍ਰਾਸ ਕੀਤੀ ਤੇ ਸਾਰੇ 40 ਦੇ 40 ਡਰਾਈਵਰ ਜਿਹੜੇ ਉਹ ਲਾਈਨ ਕ੍ਰਾਸ। ਰਾਧਾ ਸੁਆਮੀ ਸੀ ਉਹ ਹੌਲਦਾਰ, ਰਾਧਾ ਸੁਆਮੀ ਸੀ। ਜਦੋਂ ਅਸੀਂ ਉਹ ਕਹਿੰਦਾ ਉਸੇ ਵੇਲੇ ਕਹਿੰਦਾ ਵੀ ਉਹਨੇ ਆਪਣੀ ਡਰਾਈਵਰਾਂ ਨੂੰ ਆਰਡਰ ਦੇ ਦਿੱਤਾ। ਉਸ ਟਾਈਮ ਤੇ 5 ਵਜੇ ਚਾਬੀਆਂ ਜਮ੍ਹਾਂ ਹੋ ਚੁੱਕੀਆਂ ਸੀ। ਕਹਿੰਦਾ ਚਾਬੀਆਂ ਨਹੀਂ ਕੁਆਟਰ ਗਾਰਡੋਂ ਲਿਆਉਣੀਆਂ, ਜਿੰਦਰੇ ਤੋੜ ਦਿਓ, ਜਿੰਦਰੇ ਤੋੜ ਕੇ ਗੱਡੀਆਂ 'ਚ ਤੇਲ ਭਰ ਦਿਓ। ਸਾਰੀਆਂ ਗੱਡੀਆਂ 'ਚ ਤੇਲ ਭਰ ਦਿੱਤਾ ਗਿਆ।
ਉਧਰੋਂ ਸਾਡਾ ਕੋਰਸ ਹੈ ਨਹੀਂ ਉਹਨਾਂ ਦੇ ਨਾਲ ਰਲਿਆ ਵੀ ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਜਕਾਰਾ ਛੱਡਾਂਗੇ ਉਦੋਂ ਤੁਸੀਂ ਗੱਡੀਆਂ ਜਿਹੜੀਆਂ ਮਤਲਬ ਸਾਰੀ ਯੂਨਿਟ 'ਚ ਖਿਲਾਰ ਦੇਣੀਆਂ। ਇੱਕ ਮਜ਼ਾਕੀਆ ਤੌਰ ਤੇ ਪਹਿਲਾਂ ਆਉਂਦੇ ਸੀ ਸਿੱਖਾਂ ਦੇ 12 ਵਜੇ। ਅੱਜ ਉਹ ਸਮਾਂ ਵਾ, ਇਹਨਾਂ ਲੋਕਾਂ ਨੂੰ ਦੱਸਿਆ ਜਾਵੇ ਕਿ ਸਿੱਖਾਂ ਦੇ 12 ਕਿੱਦਾਂ ਵੱਜਦੇ ਹੁੰਦੇ ਸੀ, ਕਿਉਂ ਪੁਰਾਤਨ ਸਿੱਖ ਜਿਹੜੇ ਉਹ 12 ਵਜੇ ਅਟੈਕ ਕਰਦੇ ਸੀ। ਅਸੀਂ ਉਸੇ ਚੀਜ਼ ਨੂੰ ਲੈ ਕੇ 12 ਵਜੇ ਦੀ ਉਡੀਕ ਕਰਨ ਲੱਗੇ। ਕਿਸਮਤ ਮਾੜੀ, 11:15 ਵਜੇ ਚਾਰਲੀ ਕੰਪਨੀ ਦੇ ਵਿੱਚ ਜਿਹੜਾ ਉਹਨਾਂ ਚਾਰਲੀ ਕੰਪਨੀ ਨੂੰ ਇਕੱਠਾ ਕਰਨਾ ਸ਼ੁਰੂ ਕਰਤਾ। ਹੌਲਦਾਰ ਮੇਜਰ ਉਹਨਾਂ ਦਾ ਕਰਮ ਸਿੰਘ ਸੀ। ਜਦੋਂ ਉਹਨਾਂ ਇਕੱਠਿਆ ਕਰਨਾ ਸ਼ੁਰੂ ਕਰਤਾ, ਕਿਸੇ ਨੇ ਆ ਕੇ ਗੁਰਦੁਆਰੇ ਦੱਸਤਾ ਵੀ ਤੁਸੀਂ ਤਾਂ ਇੱਥੇ ਬੈਠੇ ਜੇ ਵਿਚਾਰਾਂ ਕਰਨ ਡੇ ਜੀ, ਉੱਧਰ ਤੇ ਚਾਰਲੀ ਕੰਪਨੀ ਉਹਨਾਂ ਨੇ ਇਕੱਠੀ ਕਰਕੇ ਫਨ ਗਿਣਤੀ ਕਰਨੀ ਸ਼ੁਰੂ ਕਰ ਦਿੱਤੀ। ਉਸੇ ਟਾਈਮ ਹੀ ਮਤਲਬ ਕਿਸੇ ਦੇ ਹੱਥੋਂ ਗੁਰਦੁਆਰੇ ਨੂੰ ਜਿਹੜੇ ਮੱਛਰਦਾਨੀਆਂ ਲਾਉਣ ਵਾਲਾ ਸਰੀਆ ਆ ਗਿਆ, ਕਿਸੇ ਦੇ ਡੰਡਾ ਆ ਗਿਆ, ਕਿਸੇ ਦੇ ਰੋੜਾ ਆ ਗਿਆ, ਜੋ ਲੈ ਕੇ ਤੇ ਚਾਰਲੀ ਕੰਪਨੀ ਵਾਲ ਨੂੰ ਚੱਲ। 11:15 ਵਜੇ ਜਦੋਂ ਉਹਦੇ ਵਿੱਚ ਆਪਣਾ ਸੂਬੇਦਾਰ ਗੋਪਾਲ ਸਿੰਘ ਵੀ ਸੀ, ਨਾਇਬ ਸੂਬੇਦਾਰ ਸਤਨਾਮ ਸਿੰਘ ਵੀ ਸੀ, ਉਹ ਚਾਰਲੀ ਕੰਪਨੀ ਦੇ ਇੰਚਾਰਜ ਸੀ। ਜਦੋਂ ਉੱਥੇ ਗਏ ਉਹਨਾਂ ਨੂੰ ਜਾ ਕੇ ਆਖਿਆ ਵੀ ਤੁਸੀਂ ਕੰਪਨੀ ਫਾਲਣ ਕਿਉਂ ਕਰ ਰਹੇ, ਕਿਉਂ ਗਿਣਤੀ ਕਰ ਰਹੇ ਜੇ? ਕਹਿੰਦੇ ਜਵਾਨ ਸੌਂਦੇ ਨਹੀਂ ਕਿ ਗੁਰਦੁਆਰੇ ਵੱਲ ਨੂੰ ਤੁਰੇ ਜਾਂਦੇ ਆ, ਇਹ ਕਰਕੇ ਅਸੀਂ ਗਿਣਤੀ ਸ਼ੁਰੂ ਕੀਤੀ। ਆਂਦਾ ਜਸਪਾਲ ਸਿੰਘ ਸਾਡਾ ਜਿਹੜਾ ਹਰਿਆਣੇ ਨਾਲ ਸੰਬੰਧ ਰੱਖਦਾ, ਉਹ ਕਹਿੰਦਾ ਗਿਣਤੀ ਛੱਡ ਦਿਓ। ਉਹ CHM ਅੱਗੋਂ ਬੁਰਾ ਭਲਾ ਕਹਿ ਕੇ ਤੇ ਕਹਿੰਦਾ ਤੁਹਾਡਾ ਇਹਦੇ ਸਾਡੀ ਕੰਪਨੀ ਦੇ ਨਾਲ ਕੀ ਤਾਲੁਕਾਤ। ਅੱਗੋਂ ਜਦੋਂ ਉਹਨੇ ਬੁਰਾ ਭਲਾ ਕਿਹਾ ਤੇ ਉਹ ਜਸਪਾਲ ਸਿੰਘ ਨੇ ਜਕਾਰਾ ਛੱਡਤਾ। ਜਦੋਂ ਜਕਾਰਾ ਛੱਡਿਆ ਤੇ ਨਾਲ ਹੀ ਜੋ ਸਰੀਆ ਡੰਡਾ ਸੀ ਉਹ CHM ਕਰਮ ਸਿੰਘ, ਗੋਪਾਲ ਸਿੰਘ ਤੇ ਸੂਬੇਦਾਰ ਗੋਪਾਲ ਸਿੰਘ ਦੇ, ਸਤਨਾਮ ਸਿੰਘ ਦੇ ਵਰਨਾ ਸ਼ੁਰੂ ਹੋ ਗਿਆ। ਉਹਨਾਂ ਦੀ ਇਹ ਪੂਰੀ ਤਸੱਲੀ ਕੀਤੀ ਗਈ। ਕੁੱਟਣ ਤੋਂ ਬਾਅਦ ਦੇ ਵਿੱਚ ਮਤਲਬ ਜਦੋਂ ਅਸੀਂ ਜਕਾਰਾ ਛੱਡਿਆ, ਉਹ ਜਿਹੜੀ ਹੈਗੇ ਸੀਗੇ ਡਰਾਈਵਰ ਗੱਡੀਆਂ ਵਾਲੇ, ਉਹਨਾਂ ਸਮਝਿਆ ਵੀ ਗੁਰਦੁਆਰੇ ਜਕਾਰਾ ਛੱਡਿਆ ਗਿਆ। ਉਹਨਾਂ ਇੱਕਦਮ ਸਾਰੀਆਂ ਗੱਡੀਆਂ ਖਿਲਾਰਤੀਆਂ, ਅਲੱਗ-ਅਲੱਗ ਜਿੱਥੇ ਜਿੱਥੇ ਡਿਟੇਲ ਕੀਤੀਆਂ ਉੱਥੇ ਗੱਡੀਆਂ ਪਹੁੰਚ ਗਈਆਂ। ਉਹ ਜਦੋਂ ਇਹ ਗੱਡੀਆਂ ਪਹੁੰਚ ਗਈਆਂ ਉਸੇ ਟਾਈਮ ਫਿਰ ਸਾਰੀ ਯੂਨਿਟ 'ਚ ਲਾ ਹੋ ਗਈ। ਕੋਈ ਬੰਦੇ ਹਥਿਆਰਾਂ ਨੂੰ ਭੱਜ ਗਏ, ਕੋਈ ਕਿਸੇ ਤਰ੍ਹਾਂ ਭੱਜ ਗਏ। ਬਦਕਿਸਮਤੀ ਪਲਟਣ ਦੀ ਉਦੋਂ ਕਿ ਉਦੋਂ ਸਾਡੇ 43 ਹਥਿਆਰ ਜਿਹੜੇ ਉਹ ਡਿਊਟੀਆਂ 'ਤੇ ਹੀ ਬਾਹਰ, ਜਿਨ੍ਹਾਂ ਦੇ ਵਿੱਚ 4 LMGਆਂ ਸੀ, 2 ਕੱਟਰਗੜ੍ਹ LMG ਸੀ ਤੇ 2 ਜਿਹੜਾ ਮੈਗਜ਼ੀਨ ਜਿੱਥੇ ਮਨੀਸ਼ਨ ਸੀ ਉੱਥੇ ਸੀ, ਨਹੀਂ ਤੇ ਉੱਥੇ ਰਫਲਾਂ ਹੀ ਹੁੰਦੀਆਂ ਅਮੂਮਨ। ਉਸ ਦਿਨ ਉਹ 4 LMGਆਂ ਵੀ ਬਾਹਰ ਸੀ। ਉਹ ਅਸੀਂ ਸ਼ਾਮੀ ਆਪਣਾ ਗਿਆਨ ਸਿੰਘ ਹੌਲਦਾਰ ਨੇ ਤੇ ਸੁਖਵੰਤ ਸਿੰਘ ਸੀਗਾ SP ਕੰਪਨੀ ਦਾ, ਉਹਨਾਂ ਨੇ ਉਹ ਜਿਹੜੀ ਡਿਊਟੀਆਂ ਵਾਲਿਆਂ ਨੂੰ ਡਿਟੇਲ ਕਰਤਾ ਵੀ ਜੇ ਆਪਾਂ ਜਦੋਂ ਵੀ ਇਹ ਕੰਮ ਹੋਇਆ ਨਾ ਉਦੋਂ ਤੁਸੀਂ ਇੱਦਾਂ ਕਰਨਾ ਵੀ ਜਿਹੜੀ ਫਾਇਰ ਖੋਲ੍ਹ ਦੇਣਾ। ਜਦੋਂ ਜਕਾਰਾ ਛੱਡਿਆ ਉਹਨਾਂ ਫਾਇਰ ਖੋਲ੍ਹਤਾ, ਉੱਧਰੋਂ ਗੱਡੀਆਂ ਆ ਗਈਆਂ। ਉਹ ਫਾਇਰ ਦਾ ਇਹ ਆਰਡਰ ਕੀਤਾ ਸੀਗਾ ਕਿ ਕਿਸੇ ਨੂੰ ਸਿੱਧੀ ਗੋਲੀ ਨਹੀਂ ਮਾਰਨੀ, ਹਵਾਈ ਫਾਇਰ ਕਰਨਾ ਤੇ ਦੂਜੀਆਂ ਪਲਟਣਾਂ ਨੂੰ ਦਬਾ ਕੇ ਰੱਖਣਾ ਵੀ ਉਹ ਜਿਹੜੀਆਂ ਦੂਜੀਆਂ 2 ਪਲਟਣਾਂ ਸੀ ਨਾਲ, ਤੇ ਉਹ ਆਪਣੇ ਨੂੰ ਰੋਕਣ ਦੀ ਕੋਸ਼ਿਸ਼ ਹੀ ਨਾ ਕਰਨਾ, ਜਾਂ ਉਤੋਂ ਬ੍ਰਿਗੇਡ ਹੈਡਕੁਆਟਰ ਦੇ ਵਿੱਚੋਂ ਬ੍ਰਿਗੇਡੀਅਰ ਆ ਕੇ ਕੋਈ ਰੋਕਣ ਦੀ ਕੋਸ਼ਿਸ਼ ਨਾ ਕਰੇ। ਜਦੋਂ ਫਾਇਰਿੰਗ ਹੋਈ, ਹਵਾਈ ਫਾਇਰ ਕੀਤਾ ਗਿਆ ਤੇ ਗੱਡੀਆਂ ਦੇ ਵਿੱਚ ਹਥਿਆਰ ਜਿਹੜੇ ਥੱਬਿਆਂ ਨਾਲ ਸੁੱਟੇ ਗਏ। ਕੋਈ 2-4 ਹਥਿਆਰ ਚੁੱਕੇ ਗਏ ਨਹੀਂ, ਥੱਬਿਆਂ ਨਾਲ ਹਥਿਆਰ ਸੁੱਟੇ ਗਏ ਵੀ ਜਵਾਨ ਵਿੱਚੋਂ ਗੱਡੀਆਂ ਆਉਣਾ। ਉਧਰੋਂ ਜਦੋਂ ਇਹ ਜਕਾਰਾ ਛੱਡਿਆ ਉਦੋਂ ਗਿਆਨ ਸਿੰਘ ਹੌਲਦਾਰ ਉੱਥੇ ਸੀਗਾ, ਉਹਨੇ ਮੁੰਡਿਆਂ ਨੂੰ ਕਿਹਾ ਕਿ ਸ਼ੀਸ਼ਾ ਤੋੜ ਕੇ ਤੇ ਚਾਬੀਆਂ ਕੱਢ ਕੇ ਤੇ ਉਹ ਸਾਰੇ ਜਿਹੜੇ ਰਫਲਾਂ ਦੇ ਕਮਰੇ ਸਾਰੇ ਖੋਲ੍ਹ ਦਿਓ। ਉਹ ਜਦੋਂ ਉਹਨਾਂ ਫਟਾਫਟ ਕਮਰੇ ਖੋਲ੍ਹਤੇ, ਉੱਧਰੋਂ ਆ ਗਏ ਯੂਨਿਟ 'ਚੋਂ ਸਾਰੇ ਫੌਜੀ ਜਵਾਨ ਆ ਗਏ। ਉਸ ਟਾਈਮ ਕੋਈ ਕਿਸੇ ਨੇ ਫਿਰ ਰੋਕਣ ਦੀ ਕੋਸ਼ਿਸ਼ ਕੀਤੀ? ਰੋਕਣ ਦੀ ਕੋਸ਼ਿਸ਼ ਜਦੋਂ 43 ਹਥਿਆਰਾਂ ਦਾ ਚੱਲਣ ਡਿਆ ਫਾਇਰ, ਰੋਕਣ ਦੀ ਕੋਸ਼ਿਸ਼ ਕਿਸੇ ਦੀ ਹਿੰਮਤ ਗਈ ਵੀ ਆ ਕੇ ਰੋਕਣ ਦੀ। ਅਫਸਰਾਂ ਨੂੰ ਪਤਾ ਲੱਗ ਗਿਆ ਸੀ? ਅਫਸਰ ਤਾਂ ਯੂਨਿਟ ਛੱਡ ਕੇ ਭੱਜ ਗਏ ਸੀ, ਲੱਭੇ ਹੀ ਨਹੀਂ। ਇੱਕ LMG ਜਿਹੜੀ ਉਹ ਅਫਸਰਾਂ ਦੇ ਉੱਤੇ ਲਾਈ ਗਈ ਸੀ ਵੀ ਇਹ ਆ ਕੇ ਤੇ ਮਤਲਬ ਇੱਧਰ ਨੂੰ ਯੂਨਿਟ ਵੱਲ ਨੂੰ ਆਉਣ, ਉਸ ਰਸਤੇ ਦੇ ਉੱਤੇ ਇੱਕ LMG ਫਿੱਟ ਕੀਤੀ ਸੀ, ਜਿਹਨੂੰ ਸੁਖਵੰਤ ਸਿੰਘ ਦੌੜੀਆ ਚਲਾ ਰਿਹਾ ਸੀ। ਉਹ ਕਪੂਰਥਲੇ ਜਿਹਦੇ ਨਾਲ ਸੰਬੰਧ ਰੱਖਦਾ, ਪਰ ਉਹ ਅੱਜ ਕੱਲ੍ਹ ਇਸ ਦੁਨੀਆ 'ਤੇ ਨਹੀਂ, ਉਹ ਚੜ੍ਹਾਈ ਕਰ ਗਿਆ। ਬਾਅਦ 'ਚ ਆ ਕੇ ਖਾੜਕੂ ਨਾਲ ਰਲ ਗਿਆ ਸੀ ਤੇ ਉਹ ਪਿੰਡ ਰਾਣੇ ਟੈਗਰ ਫੋਰਸ ਦੇ ਵਿੱਚ ਰਲ ਕੇ ਤੇ ਮੁੜ ਕੇ ਬਾਅਦ ਵਿੱਚ ਸ਼ਹੀਦ ਹੋ ਗਿਆ। ਇਸੇ ਤਰ੍ਹਾਂ ਮਤਲਬ ਯੂਨਿਟ ਦੇ ਵਿੱਚ ਜਦੋਂ ਲੱਦੇ ਗਏ, ਲੱਦ ਕਰਨ ਤੋਂ ਬਾਅਦ ਵਿੱਚ ਜਿਹਦੇ ਹੱਥ ਹਥਿਆਰ ਆ ਗਿਆ ਉਹੀ ਜਨਰਲ ਬਣ ਗਿਆ। ਉਹ ਗੱਡੀਆਂ ਆਪਣੇ ਆਪ ਮੂਵ ਕਰਕੇ, ਅਸਲੀ ਪਲਾਨ ਜਿਹੜੀ ਸਾਡੀ ਸੀ ਉਹ ਸੀਗੀ
ਵੀ ਜੇ ਇਹਨਾਂ ਨੇ ਮਤਲਬ ਪੰਜਾਬ ਦੇ ਵਿੱਚ ਉਹ ਕਤਲੋਗਾਰਤ ਕੀਤੀ ਤੇ ਗੰਗਾ ਨਗਰ ਦੀ ਇੱਟ ਨਾਲ ਇੱਟ ਖੜਕਾ ਕੇ ਤੇ ਬਾਰਡਰ ਖੋਲ ਦੇਣੇ। ਪਰ ਉਹ ਸਕੀਮ ਉਸ ਟਾਈਮ ਤੇ ਫੇਲ ਹੋਈ ਵੀ ਜਦੋਂ ਹਥਿਆਰ ਆ ਗਏ ਜਵਾਨਾਂ ਦੇ ਹੱਥ 'ਚ ਤੇ ਫਾਇਰ ਕਰਨ ਲੱਗ ਪਏ, ਮਿਸ਼ਨ ਖੁੱਲ੍ਹਾ ਮਿਲ ਗਿਆ ਤੇ ਗੱਡੀਆਂ ਜਿਹੜੀਆਂ ਅੰਮ੍ਰਿਤਸਰ ਦੇ ਪਾਤੀਆਂ, ਅੰਮ੍ਰਿਤਸਰ ਨੂੰ ਪਾਤੀਆਂ, ਅੰਮ੍ਰਿਤਸਰ ਵੱਲ ਨੂੰ ਖਿੱਚਤੀਆਂ। ਕਿੱਥੇ ਰਾਜ ਫਿਰ ਕੀ ਹੋਇਆ? ਪਹਿਲਾਂ ਸਭ ਤੋਂ ਰਸਤੇ ਪਹਿਲਾਂ ਦੇ ਕਿੱਥੇ ਵਿੱਚ ਗਏ? ਸਭ ਤੋਂ ਪਹਿਲਾਂ ਅਸੀਂ ਜਦੋਂ ਆਏ ਆ ਉਸ ਤੋਂ ਪਹਿਲਾਂ ਕਿੱਥੇ ਰੋਕਣ ਦੀ ਕੋਸ਼ਿਸ਼ ਕੀਤੀ? ਗੰਗਾ ਨਗਰ ਤੋਂ ਪਹਿਲਾਂ ਇੱਕ ਇਹਨਾਂ ਦਾ ਨਾਕਾ ਆਉਂਦਾ ਰਾਜਸਥਾਨ ਪੁਲਿਸ ਦਾ, ਉਹਨਾਂ ਬੈਰੀਅਰ ਲਾਇਆ ਸੀ ਤੇ ਉਹਨਾਂ ਨੇ ਆਖਿਆ ਬੈਰੀਅਰ ਖੋਲ ਦਿਓ। ਉਹ ਕਹਿੰਦੇ ਅਸੀਂ ਬੈਰੀਅਰ ਨਹੀਂ ਖੋਲ੍ਹਿਆ, ਬਿੰਡਰੀ ਵਾਲੇ ਦਾ ਨਾਰਾ ਲਗਾਤੇ ਆ, क्योंकि जो जवान से साढ़े पिंडराले के नारे लाउन डे, आप भिंडरी वाले का नारा लगाते हैं। यहाँ सारे तो गेट खोल पिंडरा का नारा लाइए, किसी का लाइए, तू की आखना। जो बाजद होया भी मैं नहीं खोलांगा तो एलम जी का ब्रैसट उन्होंने सिर के उत्तों कढ़िया, मारिया नहीं। जो एलम जी का ब्रैसट उन्होंने सिर के उत्तों लंघिया तो सारे जिन्ने ही जो अपने उतों 5-6 जने भज के छड्ड के बैरीयर के गड्डी मारी, तोड़ के बैरीयर ते अगे लंघे। गंगा नगर के भी हवाई फायर करते रहे मुंडे, किसी ने सीधी गोली शूटिंग की ना। कोई रस्ते जितों तक भी यही है कोई बंदा सिविल का नहीं मतलब कोई गलत काम किया, कोई दुकान रुकिया कि फिर उदों की पंजाब च। उस तो बाद असीं अबोहर आ जाने। अबोहर जिहड़ा अबोहर दे विच एक फाटक है ना, उत्थे नाका, वो नाके वाले ने आख्या भी तुसीं जिहड़ा हैगा वा फाटक नहीं चुको। उन्हें भी इदा क्या भी नहीं ही भी चुकांगे। जो ना उन्होंने उत्तों जो गोलियां लंघाइया, ब्रैसट छड्डिया, वो भी छड्ड के भज गए तो गड्डी मार के तो फिर रेल का जोड़ा फाटक से तोड़िया, तोड़ के रेल का फाटक तो अगे लंघे। अबोहर मलोट, अबोहर तो लैके ही मलोट में चाले पा लए। साड़ियाँ सारियाँ गड्डियाँ तकरीबन मतलब लंघ गई, 40 गड्डी 40 ਦੀਆਂ 40 सारियाँ गड्डियाँ अगे लंघ चुकियां, जिन्हों के जो साड़ियाँ 3 गड्डियाँ ਜਿਹੜੀਆਂ ਅਬੋਹਰ ਬੱਸ ਅੱਡੇ ਤੇ ਰੁਕ ਗਈਆਂ, ਕਿਉਂਕਿ ਉੱਥੇ ਰਾਜ ਵਾਲਿਆਂ ਦੀ ਇੱਕ ਬੱਸ ਖਲੋਤੀ ਸੀ। तो ਸਾਡੇ ਨਾਇਕ ਜਸਵੰਤ ਸਿੰਘ ਆਪਣੇ ਉੱਥੋਂ ਦਾ ਸਰਸੇ ਲਾਗੋਂ ਆ, ਉਹ ਕਹਿੰਦਾ ਮੈਂ ਗੱਡੀ ਖਾਣੀ ਆ। ਉਹ ਰਾਜ ਵਾਲਿਆਂ ਦੀ ਬੱਸ ਮਤਲਬ ਉਹਨੇ ਜਵਾਨ ਨੇ ਸਟਾਰਟ ਕਰ ਲਈ। ਸਟਾਰਟ ਕਰਨ ਤੋਂ ਬਾਅਦ ਨਾਲ ਗੱਡੀਆਂ ਦੇ ਉਹ ਵੀ ਤੋੜ ਲਈ। ਉਹ ਗੱਡੀਆਂ ਦਾ ਫਰਕ ਪੈ ਗਿਆ, ਉਹ 3 ਤੇ 4 ਗੱਡੀਆਂ ਸਾਡੀਆਂ, 3 ਫੌਜ ਦੀਆਂ ਤੇ ਇੱਕ ਜਿਹੜੀ ਉਹ ਰਾਜ ਵਾਲਿਆਂ ਦੀ ਬੱਸ ਤੇ 2 ਟਰੱਕ ਸੀਗੇ ਬਜਰੀ ਦੇ ਭਰੇ, ਉਹ ਵੀ ਨਾਲ ਮੁੰਡਿਆਂ ਨੇ ਖਿੱਚ ਲਏ। ਉਹ ਜਦੋਂ ਉਹ ਗੱਡੀਆਂ ਥੋੜ੍ਹੀਆਂ ਪਿੱਛੇ ਰਹਿ ਗਈਆਂ ਤੇ ਅਬੋਹਰ ਮਲੋਟ ਰੋਡ ਤੇ ਜਦੋਂ ਅਬੋਹਰ ਤੋਂ ਮਲੋਟ ਨੂੰ ਨਿਕਲੀ ਤਾਂ ਉੱਥੇ ਬਾਗ ਆ ਤੇ ਕੱਚੀਆਂ ਕੰਧਾਂ ਦੀ ਉਹਦੀ ਵਲਕਣੇ ਸਾਰਾ ਮਤਲਬ ਬਣਾਈਆਂ ਸੀ ਉਸ ਟਾਈਮ ਤੇ। ਅੱਜ ਕੀ ਹੈ ਅੱਜ ਨਹੀਂ ਮੈਂ ਕਹਿ ਸਕਦਾ। ਉੱਥੇ ਜਿਹੜਾ ਸੀ ਉਹ ਜਦੋਂ ਅਸੀਂ ਮਤਲਬ ਅੱਗੇ ਲੰਘ ਜਾਂਦੇ ਹਾਂ, ਮਗਰਲੀਆਂ ਜਿਹੜੀਆਂ ਸਾਡੀਆਂ 3 ਫੌਜ ਦੀਆਂ ਗੱਡੀਆਂ, ਉਹਨਾਂ ਦੇ ਉਹ ਮਤਲਬ ਉੱਥੇ ਜਿਹੜੀ ਆਰਮੀ ਲੱਗੀ ਹੋਈ, ਤਦ ਤੱਕ ਆਰਮੀ ਨੂੰ ਤੋਂ ਫਾਇਰ ਦਾ ਆਰਡਰ ਮਿਲ ਚੁੱਕਾ ਸੀ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਗੋਲੀ ਨਾ ਵੀ ਰੋਕਣਾ, ਜੇ ਉੱਦਾਂ ਰੋਕਦੇ ਤਾਂ ਉੱਦਾਂ ਰੋਕ ਲਓ, ਜੇ ਨਹੀਂ ਤਾਂ ਗੋਲੀ ਨਾ ਰੋਕੋ। ਉਹਨਾਂ ਰੋਕਿਆ ਤਾਂ ਨਹੀਂ, ਉਹਨਾਂ ਅੱਖਾਂ ਮੀਟ ਕੇ ਫਾਇਰ ਕਰਤਾ। ਸਾਡੇ ਉੱਥੇ 27 ਜਿਹੜੇ ਜਵਾਨ ਜ਼ਖਮੀ ਹੋਏ ਬੱਸ 'ਚ, 13 ਮਤਲਬ ਸਾਡੇ ਸਿੰਘ ਉੱਥੇ ਸ਼ਹੀਦ ਹੋ ਗਏ ਬੱਸ 'ਚ। ਬੱਸ ਦੀਆਂ 3 ਗੱਡੀਆਂ ਦੇ ਵਿੱਚ ਇੰਨੀ ਮਤਲਬ ਫਾਇਰਿੰਗ ਹੋਈ, ਉਹਦੇ ਵਿੱਚ ਅਸਲਾ ਵੀ ਸਾਡਾ ਸੀਗਾ ਤੇ ਆਪਣੇ ਜਿਹੜੇ ਗ੍ਰਨੇਡ ਵਗੈਰਾ ਸਾਰਾ ਕੁਛ ਹੈਗਾ ਸੀ ਉਹਦੇ 'ਚ। ਜਵਾਬੀ ਕਾਰਵਾਈ ਕੀਤੀ ਨਾ? ਜਵਾਬੀ ਕਾਰਵਾਈ ਮਤਲਬ ਰਸਤੇ 'ਚ ਆਉਂਦੇ ਜਿੰਨੇ ਗ੍ਰਨੇਡ ਉਹਨਾਂ ਪ੍ਰੇਮ ਕੀਤੇ, ਸੁੱਟਣ ਦੀ ਕੋਸ਼ਿਸ਼ ਕੀਤੀ, ਉਹ ਖੰਭ ਦੇ ਨਾਲ ਸੀ। ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਉਹਦੀ ਸਾਨੂੰ ਮਤਲਬ ਰਿਪੋਰਟ ਨਹੀਂ ਮਿਲੀ। ਸਾਡੇ ਜਵਾਨਾਂ ਦਾ ਜਿਹੜਾ ਨੁਕਸਾਨ ਹੋਇਆ ਉਹੀ ਤੁਹਾਨੂੰ ਦੱਸਣ ਡਿਆ। ਅਸੀਂ ਮਲੋਟ ਤੋਂ ਮੁੜ ਕੇ ਮੁਕਤਸਰ ਨੂੰ ਆ ਗਏ। ਮੁਕਤਸਰ ਆ ਕੇ ਸਾਨੂੰ ਟੈਂਕਾਂ ਦਾ ਇੱਕ ਅਗਲੇ ਬੰਨੇ ਨਾਕਾ ਮਿਲਦਾ, ਟੈਂਕ ਲੱਗੇ, ਟੈਂਕਾਂ ਦਾ ਸਕੁਆਡਨ ਆ, ਉਹ ਹੈ ਸਰਦਾਰਾਂ ਦਾ ਸਕੁਆਡਨ ਤੇ ਨਹੀਂ ਜਿਹੜੇ ਟੈਂਕ ਸੀ। ਜਦੋਂ ਉੱਥੇ ਗਏ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਤਾਂ ਤੁਸੀਂ 9 ਸਕਦੇ, ਇਹ ਤੁਹਾਨੂੰ ਗੋਲੀ ਦਾ ਆਰਡਰ ਆ ਤੇ ਗੱਡੀਆਂ ਪਿਛਾਂਹ ਕੱਢ ਲਓ, ਅਸੀਂ ਗੋਲੀ ਨਹੀਂ ਚਲਾਉਂਦੇ, ਇੱਕ ਗੱਡੀ ਸਾਨੂੰ ਛੱਡ ਦਿਓ ਵੀ ਅਸੀਂ ਘੇਰ ਲਈ ਆ, ਬਾਕੀ ਤੁਸੀਂ ਗੱਡੀਆਂ ਪਿਛਾਂਹ ਕੱਢ ਲਓ, ਨਹੀਂ ਸਾਡੇ ਕੋਲ ਤੇ ਉਹ ਟੈਂਕ ਦੇ ਵਿੱਚ ਤੇ MMG ਲੱਗੀ ਹੁੰਦੀ ਹੈ, ਉਹਦਾ ਫਾਇਰ ਬੜੀ 3 ਕਿਲੋਮੀਟਰ ਤੱਕ ਮਾਰ ਕਰਦੀ ਹੈ। ਉਹਨਾਂ ਨੇ ਫਾਇਰ ਨਹੀਂ ਕੀਤਾ, ਬਾਕੀ ਗੱਡੀਆਂ ਅਸੀਂ ਸਾਰੀਆਂ ਪਿਛਾਂਹ ਕੱਢ ਲਈਆਂ। ਇੱਕ ਗੱਡੀ ਉੱਥੇ ਉਹ ਸਾਰੀਆਂ ਪਹਿਲਾਂ ਗੱਡੀਆਂ ਕੱਪੀਆਂ ਗਏ, ਮੁੜ ਕੇ ਇੱਕ ਪਿੱਛੋਂ ਗੱਡੀ ਆਈ, ਮੈਂ ਲੰਘੂਗਾ, ਉਹ ਉੱਥੇ ਫਸ ਗਿਆ। ਉੱਥੇ ਮਾਰਦਾ ਨਾ
ਮਾਰਿਆ ਨਹੀਂ ਉਹਨੂੰ, ਉਹਨਾਂ ਰਸ਼ ਕਰ ਲਈ ਉਹ ਗੱਡੀ। ਸਾਨੂੰ ਉਹਨਾਂ ਨੇ ਇਹ ਦੱਸਤਾ ਵੀ ਤੁਹਾਨੂੰ ਫੈਰਦਾ ਆ ਰਿਹਾ, ਤੁਹਾਡੇ ਬੰਦੇ ਜਿਹੜੇ 13 ਉਹ ਪਿੱਛੇ ਮੁਕਾਬਲਾ ਹੋ ਚੁੱਕਾ, ਉਹਦੇ ਸ਼ਹੀਦ ਹੋ ਗਏ, ਵਾਇਰਲੈਸ ਆਉਣ ਡਈ, ਅਤੇ ਤੁਹਾਨੂੰ ਵੀ ਗੋਲੀ ਦਾ ਆਰਡਰ ਜੇ, ਅਤੇ ਜਿੱਦਾਂ ਵੀ ਹੁੰਦਾ ਵੀ ਪੱਕਾ ਰੋਡ ਛੱਡ ਦਿਓ ਅਤੇ ਕੱਚਾ ਰਸਤਾ ਥਾਣੀ ਜਾਣ ਦੀ ਕੋਸ਼ਿਸ਼ ਕਰੋ। ਉੱਥੋਂ ਫਿਰ ਅਸੀਂ ਗੱਡੀਆਂ ਪਛਾਣ ਕੱਢ ਕੇ ਅਤੇ ਆਸਾ ਬੁੱਟਰ ਵਾਲੀ ਨਹਿਰ ਪੈਂਦੀ ਹੈ ਉੱਥੇ, ਉੱਧਰ ਨੂੰ ਫਿਰ ਆਸਾ ਬੁੱਟਰ ਵੱਲ ਨੂੰ ਮਤਲਬ ਗੱਡੀਆਂ ਕੱਚਾ ਰਸਤਾ ਥਾਣੀ ਕੱਢੀਆਂ। ਆਸਾ ਬੁੱਟਰ ਵਾਲੀ ਨਹਿਰ ਜਿਹੜੀ ਆ ਉਹਦੇ ਨਾਲ ਨਾਲ ਫਿਰ ਗੱਡੀਆਂ ਲਿਆਂਦੀਆਂ। ਉੱਥੇ ਸਾਡੇ ਉੱਤੇ 2 ਵਾਰੀ ਇਹ ਜਿਹੜੀ ਆ ਹਵਾਈ ਜਹਾਜ਼ ਨੇ ਡੈਪ ਕੀਤੀ ਹੈ, ਅਤੇ ਡਰਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਵੀ ਇਹ ਮਤਲਬ ਸ਼ੈਲਿੰਗ ਉੱਥੋਂ ਕਰਾਂਗੇ, ਬੰਬ ਸੁੱਟਾਂਗੇ। ਉਹ ਡੈਪ ਜਿੱਦਾਂ ਕਰਕੇ ਡੈਪ ਕਰਕੇ ਵੀ ਬੰਬ ਸੁੱਟਦੇ ਆ, ਉੱਦਾਂ ਜਹਾਜ਼ਾਂ ਨੇ ਡੈਪ ਕੀਤੀ। ਪਰ ਥੱਲੇ ਉਹਨਾਂ ਨੂੰ ਇਹ ਵੀ ਰਿਪੋਰਟ ਸੀ ਏਅਰਫੋਰਸ ਵਾਲਿਆਂ ਨੂੰ ਕਿ ਉਹਨਾਂ ਕੋਲ ਥੱਲੇ ਜਿਹੜੀਆਂ ਉਹ LMG ਤੱਕ ਹਥਿਆਰ ਹੈਗੇ, ਜਹਾਜ਼ ਜਿਹੜਾ ਜ਼ਿਆਦਾ ਡਾਊਨ ਨਾ ਕਰਿਆ ਜੀ। ਉਹ ਜਹਾਜ਼ ਉੱਤੇ ਰੱਖਦੇ ਸੀ, ਥੱਲੇ ਮਤਲਬ ਸਾਡੀ ਮਾਰ ਤੋਂ ਬਾਹਰ ਰਹਿੰਦੇ। ਉਸ ਤੋਂ ਬਾਅਦ ਦੇ ਵਿੱਚ ਸਾਡੀ ਇੱਕ ਨਾ ਉੱਥੋਂ ਸਾਨੂੰ ਗੱਡੀ ਇੱਕ ਮਿਲ ਜਾਂਦੀ ਆ CID ਦੇ ਨਾਲ ਜੀਪ ਦੇ ਵਿੱਚ। ਉਹ ਸਾਨੂੰ ਕਹਿੰਦੇ ਅਸੀਂ ਵੀ ਅੰਮ੍ਰਿਤਸਰ ਜਾਣਾ। ਉਹ 3 ਸੈਕਸੀ ਇੱਕ ਮੋਨਾ ਸੀ। ਅਸੀਂ ਤੁਸੀਂ ਜਾਣਾ, ਤੁਸੀਂ ਤੁਰਿਆ ਉਹ ਨਾਲ। ਉਹ ਵਿੱਚੋਂ ਅੰਦਰ ਖਾਤੇ ਉਹਨਾਂ ਨੇ ਕੋਈ ਵਾਇਰਲੈਸ ਲੁਕੋ ਕੇ ਰੱਖੀ ਸੀ, ਉਹਦੇ ਰਾਹੀਂ ਉਹ ਦੱਸੀ ਗਏ ਵੀ ਇੱਧਰ ਨੂੰ ਜਾਣ ਡਿਆ, ਇੱਧਰ ਨੂੰ ਜਾਣ ਡਿਆ। ਤੁਹਾਨੂੰ ਪਤਾ ਨਹੀਂ CID ਵਾਲੇ ਨਾ ਸਾਨੂੰ ਇਹ CID ਤਾਂ ਆਰਮੀ 'ਚ ਵੀ ਹੁੰਦੀ ਆ, ਆਰਮੀ 'ਚ ਵੀ ਤਾਂ ਹੁੰਦੀ ਆ CID ਜਿਹੜੀ ਆਰਮੀ 'ਚੋਂ, ਤਾਂ ਉਹਦੇ ਉਹਨਾਂ ਦਾ ਸਾਨੂੰ ਕਹਿ ਤਾ ਵੀ ਅਸੀਂ ਨਾਲ ਆ। ਜਿਹੜੇ ਇਹ CID ਦਾ ਪਤਾ ਨਹੀਂ ਤੁਹਾਨੂੰ ਵੀ? ਤੁਹਾਨੂੰ ਇਹ ਸਿਵਲ 'ਚ ਸੀਗੇ। ਵਿਸ਼ਵਾਸ ਕਿਵੇਂ ਕਰ ਲਿਆ ਫਿਰ ਤੁਸੀਂ? ਸਿਵਲ ਦੀ CID ਨਾ, ਇਹਨਾਂ ਨੇ ਦੱਸਿਆ CID ਤੋਂ ਅਸੀਂ ਨਾ CID ਨਹੀਂ ਦੱਸਿਆ ਨਾ, ਇਹ ਤਾਂ ਸਾਨੂੰ ਬਾਅਦ 'ਚ ਪਤਾ ਲੱਗਾ। ਬਿਠਾ ਲਈ ਵੈਸੇ ਹੀ, ਕਹਿੰਦੇ ਵੈਸੇ ਹੀ ਲੈ ਚਲੋ। ਨਾ ਉਹ ਜੀਪ ਦੇ ਵਿੱਚ ਉਹ ਆਪਣੀ ਜੀਪ ਨਾਲ ਲਈ ਇਹ ਗੱਡੀਆਂ ਨੇ ਕਿ ਸਾਨੂੰ ਪੱਕੇ ਰੋਡ 'ਤੇ ਜਾਣ ਨਹੀਂ ਦਿੰਦੇ, ਅਸੀਂ ਵੀ ਤੁਹਾਡੇ ਨਾਲ ਜਾਣਾ। ਭਰੋਸੇ ਜਾ ਲੈ ਲਿਆ ਵੀ ਅਸੀਂ ਅੰਮ੍ਰਿਤਸਰ ਜਾਣਾ। ਬੜੀ ਇਹਨਾਂ ਵਿਸ਼ਵਾਸ ਪਾਤਰ ਜੀ ਗੱਲ ਕੀਤੀ ਸਾਡੇ ਸਿੰਘਾਂ ਨੇ ਵੀ ਆ ਜਾਓ, ਜਿੱਥੇ ਅਸੀਂ ਤੁਰ ਜਾਂਦੇ ਤੂੰ ਤੁਰਿਆ। ਰਸਤੇ ਦੇ ਵਿੱਚ ਉੱਥੇ ਰਸਤੇ 'ਚ ਪਿੰਡਾਂ ਦੇ ਵਿੱਚ ਦੀ ਜਦੋਂ ਲੰਘੇ ਨਾ, ਅਤੇ ਪਿੰਡਾਂ ਦੀਆਂ ਜਨਾਨੀਆਂ ਸਿਰ 'ਤੇ ਘੜੇ ਆਪਣਾ ਚਾਟੀਆਂ ਦੁੱਧ ਦੀਆਂ ਚੁੱਕ ਕੇ ਫੌਜੀਆਂ ਦੇ ਵਿੱਚ ਆ ਗਈਆਂ। ਨੌਜਵਾਨ ਕੁੜੀਆਂ ਆ ਗਈਆਂ, ਗੁੜ ਚੁੱਕੇ, ਗੁੜਾਂ ਦੇ ਤੋੜੇ ਜਿਹੜੇ ਗੱਡੀਆਂ ਸੁੱਟੀ ਜਾਣ, ਇਹ ਫੜੋ ਮਤਲਬ ਰਸਤੇ 'ਚ ਖਾ ਲਿਓ, ਦੁੱਧ ਪੀ ਲਓ। ਪਰ ਨਾਲ ਜਾਣ ਲਈ ਬੰਦੇ ਉਹਨਾਂ ਦੇ ਸਾਡੇ ਜਿਹੜੇ ਸਿਵਲ ਦੇ ਸਾਨੂੰ ਕੰਪੈਲ ਕਰਨ ਵੀ ਸਾਨੂੰ ਨਾਲ ਲੈ ਕੇ ਜਾਓ, ਗੱਡੀਆਂ 'ਚ ਭਾਓ, ਸਾਨੂੰ ਹਥਿਆਰ ਦਿਓ। ਅਸੀਂ ਉਹਨਾਂ ਨੂੰ ਕਿਹਾ ਵੀ ਨਹੀਂ, ਤੁਸੀਂ ਆਪਣੇ ਘਰੇ ਕੰਮ ਕਰੋ, ਤੁਹਾਡਾ ਇਹਦੇ ਨਾਲ ਕੋਈ ਤਾਲੁਕਾਤ ਨਹੀਂ ਹੈਗਾ, ਅਸੀਂ ਆਪੇ ਨਜਿੱਠਾਂਗੇ। ਜਦੋਂ ਫਿਰ ਉੱਥੇ ਅਸੀਂ ਮਤਲਬ ਆਉਨੇ ਆ, ਲੰਘਣ ਤੋਂ ਬਾਅਦ ਦੇ ਵਿੱਚ ਅਸੀਂ ਇੱਧਰ ਦੀ ਸਮਾਲਸਰ ਥਾਣੀ ਹੋ ਗਏ, ਅਤੇ ਸ਼ਾਮ ਦਾ ਟਾਈਮ ਹੋ ਜਾਂਦਾ, ਅਤੇ ਉੱਥੇ ਕੋਟ ਸੁਖੀਆ ਹੁੰਦੇ। ਕੋਟ ਸੁਖੀਆ ਪਹੁੰਚਦੀ ਪਾਰਟੀ ਸਾਡੀ। ਕੋਟ ਸੁਖੀਆ ਇੱਕ ਡੇਰਾ ਵਾ, ਉਹ ਬੜੀਆਂ ਗਾਵਾਂ ਉੱਥੇ। ਉਹ ਬਾਬੇ ਨੇ ਕਿਹਾ ਵੀ ਤੁਸੀਂ ਰਾਤ ਦੇ ਤੁਰੇ ਜੇ, ਅਤੇ ਤੁਹਾਨੂੰ ਮੈਂ ਪ੍ਰਸ਼ਾਦਾ ਸ਼ਿਕਾਇਤ ਕਰ ਨਹੀਂ ਜਾਣ ਦੇਣਾ। ਉਹਨੇ ਸਪੀਕਰ 'ਚ ਬੋਲਤਾ ਵੀ ਇੱਦਾਂ ਫੌਜੀ ਆਏ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਰੱਖਿਆ ਵਾਸਤੇ ਜਾਣਾ, ਅਤੇ ਉਹਨਾਂ ਵਾਸਤੇ ਪ੍ਰਸ਼ਾਦਾ ਪਾਣੀ ਜਿਹੜਾ ਮਤਲਬ ਘਰੋਂ ਘਰੀ ਜਿੱਡੀ ਵੀ ਛੇਤੀ ਬਣਾ ਕੇ ਲਿਆਂਦਾ ਜਾਂਦਾ, ਗੁਰਦੁਆਰੇ ਲਿਆਓ। ਜੇ ਕੋਈ ਫੌਜੀ ਘਰ ਆਉਂਦੇ ਆ ਤਾਂ ਉਹਨਾਂ ਨੂੰ ਛਕਾਇਆ ਜਾਵੇ। ਅੱਧਾ ਘੰਟਾ ਸਭ ਟਾਈਮ ਸੀਗਾ। ਅੱਧੇ ਘੰਟੇ ਦੇ ਵਿੱਚ ਸਾਨੂੰ ਟੈਂਕਾਂ ਅਤੇ ਟੋਪਿਆਂ ਦਾ ਘੇਰਾ ਪੈ ਗਿਆ। ਚਾਰਜ ਫਿਰ ਕਿਹੜੀ ਥਾਂ 'ਤੇ? ਕੋਟ ਸੁਖੀਆ ਪਿੰਡ, ਮੋਗੇ ਦੇ ਆਪਣਾ ਕੋਟੀਸੇ ਖਾਂ ਜਾਂ ਨਹੀਂ, ਕੋਟ ਸੁਖੀਆ। ਕੋਟ ਸੁਖੀਆ ਇਹ ਪਿੰਡ ਹੈਗਾ ਆਪਣਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲਿਆਂ ਦਾ ਪਿੰਡ। ਰੋਡੇ ਆ ਨਾ, ਰੋਡੇ ਦੇ ਬਿਲਕੁਲ ਨਾਲ। ਅਤੇ ਉਦੋਂ ਬਾਅਦ ਦੇ ਵਿੱਚ ਅਸੀਂ ਮਤਲਬ ਜਦੋਂ ਫਿਰ ਘੇਰਾ ਪੈ ਗਿਆ, ਹੁਣ ਸਾਡੇ ਉੱਥੇ ਸਿੰਘਾਂ ਦਾ ਮੀਟਿੰਗ ਹੋ ਗਈ ਵੀ ਹੁਣ ਕੀ ਹੋਊਗਾ। ਆਖਰ ਸਿੰਘਾਂ ਨੇ ਇੱਕ ਗੱਲ ਕੀਤੀ ਵੀ ਇੱਥੇ ਹੁਣ ਜਿਹੜਾ ਉਹ ਜੰਗ ਹੀ ਹੋਊਗਾ, ਹੋਰ ਕੁਛ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਕੋਲ ਟੈਂਕ ਟੋਪੇ ਆ, ਗੱਡੀਆਂ ਡਾਣਗੇ। ਅਤੇ ਜੋ ਸਾਡੇ ਕੋਲ ਵੀ ਰਾਕਟ ਲਾਂਚਰ RCL ਗੰਨਾਂ ਹੈਗੀਆਂ ਸੀ, ਟੈਂਕ ਤੋੜਨ ਵਾਸਤੇ ਸਾਡੇ ਕੋਲ ਵੀ ਉਹ ਸਮਾਨ ਹੈਗਾ ਸੀ। ਅਸੀਂ ਆ ਵੀ ਚਲੋ ਦੇਖੀ ਜਾਏਗੀ ਜੋ ਹੋਊਗੀ। ਬਾਹਰੋਂ ਉਹ ਸਪੀਕਰ 'ਚ ਬੋਲਣ ਡਿਆ ਕਿ ਤੁਸੀਂ ਰੈਸਟ ਹੋ ਜਾਓ। ਅੰਦਰੋਂ ਅਸੀਂ ਉਹਨੂੰ ਕਹਿੰਦੇ ਵੀ ਅਸੀਂ ਮਤਲਬ ਜਿਹੜਾ ਉਹ ਨਹੀਂ ਰੈਸਟ ਹੋਣਾ ਇੱਥੇ, ਮਤਲਬ ਕੁਲਛੇਤਰ ਵਾਲਾ ਕੀ ਮਤਲਬ ਕਿ ਜਿਹੜਾ ਕਹਿੰਦੇ ਆ ਵੀ ਉਹ ਯੁੱਧ ਹੋਊਗਾ। ਅਤੇ ਉਦੋਂ ਬਾਅਦ ਦੇ ਵਿੱਚ ਉਹ ਸੱਜੇ ਜੋ ਉਹ ਸਰਦਾਰ ਸੀਗਾ ਬ੍ਰਿਗੇਡੀਅਰ, ਉਹਨੇ ਕਿਹਾ ਮੈਂ ਤੁਹਾਨੂੰ ਵਾਪਸ ਆਪਣੀ ਯੂਨਿਟ 'ਚ ਲੈ ਜਾਵਾਂਗਾ,
ਤੁਸੀਂ ਮੇਰੇ ਨਾਲ ਗੱਲਬਾਤ ਕਰੋ ਪਹਿਲਾਂ। ਚਲੋ ਸਾਧ ਪਹਿਲਾਂ ਗਿਆ, ਸਾਧ ਨੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ। ਉਹ ਕਹਿੰਦਾ ਵੀ ਨਹੀਂ, ਮੇਰੇ ਕਿਆ ਨਹੀਂ ਉਹਨਾਂ ਮੰਨਣਾ, ਤੁਸੀਂ ਉਹਨਾਂ ਦੇ ਬੰਦੇ ਸੱਦੋ ਤੇ ਉਹਨਾਂ ਨਾਲ ਗੱਲ ਕਰੋ। ਫਿਰ ਸਾਡੇ ਮੁਕਰਰ ਹੋਇਆ ਕਿ ਦੋਨੋਂ ਸਾਈਡਾਂ ਤੋਂ ਉਹ ਜਿਹੜਾ ਬ੍ਰਿਗੇਡੀਅਰ ਵੀ ਅੱਗੇ ਆਏਗਾ ਤੇ ਸਾਡੇ 3 ਜਿਹੜੇ ਹੌਲਦਾਰ ਉਹ ਵੀ ਜਾਣਗੇ, ਅੱਗੇ ਜਾਣਗੇ। ਵਿਚਕਾਏ ਜਿਹੜਾ ਮਤਲਬ ਕੋਈ ਵੀ ਹਥਿਆਰ ਨਹੀਂ ਲੈ ਕੇ ਆਏਗਾ, ਕੋਲ ਕੋਈ ਹਥਿਆਰ ਨਹੀਂ ਲੈ ਕੇ ਆਏਗਾ। ਉਹ ਬ੍ਰਿਗੇਡੀਅਰ ਜਿਹੜਾ ਜਦੋਂ ਆਇਆ, ਵਿਚਕਾਏ ਆ ਗਏ, ਨਾਲ ਦੇ ਆਪਦੇ ਹੋਰ ਵੀ ਅਫਸਰ ਸੀਗੇ। ਜਦੋਂ ਗੱਲਬਾਤ ਹੋਈ ਉਹ ਕਹਿੰਦਾ ਵੀ ਤੁਸੀਂ ਜੋ ਕਰਨਾ ਸੀ ਉਹ ਕਰ ਦਿੱਤਾ, ਤੇ ਹੁਣ ਇਹ ਆ ਵੀ ਮੇਰੇ ਹੱਥ ਜੋੜ ਕੇ ਬੇਨਤੀ ਤੁਹਾਨੂੰ ਵੀ ਤੁਸੀਂ ਵਾਪਸ ਚੱਲ ਚੱਲੋ। ਉੱਥੇ ਗੱਲ ਜਿਹੜੀ ਹੋਈ ਆ, ਇਹ ਸਾਨੂੰ ਹੌਲਦਾਰ ਨਿਰਮਲ ਸਿੰਘ ਆ ਜਿਨ੍ਹਾਂ ਦੀ ਡਿਊਟੀ ਸੀ ਉਦੋਂ, ਡਿਊਟੀ NCO ਸੀ ਜਿਹੜਾ, ਆਉਂਦਿਆਂ ਜੋ ਸ਼ਬਦ ਉਹਨੇ ਮਤਲਬ ਵਰਤੇ, ਇਹ ਹੌਲਦਾਰ ਗਿਆਨ ਸਿੰਘ ਨੇ ਦੱਸੇ ਮੈਨੂੰ ਚੰਗੀ ਤਰ੍ਹਾਂ। ਉਹ ਕਹਿੰਦਾ ਵੀ ਇਹ ਸਿੱਖੋ, ਜੋ ਕੰਮ ਅਸੀਂ ਅਫਸਰ ਹੁੰਦੇ ਹੋਏ ਕਰ ਨਹੀਂ ਸਕੇ ਉਹ ਕੰਮ ਤੁਹਾਂ ਕਰ ਦਿੱਤਾ। ਪੰਜਾਬ ਨੂੰ ਬਚਾ ਲਿਆ ਜੇ। ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਤੇ ਜੋ ਹੋਣਾ ਸੀ ਉਹ 6 ਤਰੀਕ ਤੋਂ ਪਹਿਲਾਂ ਹੋ ਚੁੱਕਾ ਸੀ, ਪਰ 8 ਤਰੀਕ ਨੂੰ ਸਵੇਰੇ 4 ਵਜੇ ਤੋਂ ਆਪਰੇਸ਼ਨ ਵੋਡਰੋਜ ਸ਼ੁਰੂ ਹੋਣਾ ਸੀ, ਉਹ ਕੈਂਸਲ ਹੋ ਗਿਆ। ਵੋਡਰੋਜ ਆਪਰੇਸ਼ਨ 'ਚ ਕੀ ਸੀ ਕਿ 15 ਸਾਲ ਤੋਂ ਲੈ ਕੇ 40-45 ਸਾਲ ਤੱਕ ਜਿੰਨੀ ਨੌਜਵਾਨ ਪੀੜ੍ਹੀ ਆ, ਖਾਸ ਕਰਕੇ ਬਾਰਡਰ ਬੈਲਟ ਦੀ, ਗੁਰਦਾਸਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਦਾ ਬਾਰਡਰ ਬੈਲਟ ਜਿਹਨਾਂ, ਉਹਨਾਂ ਖਤਮ ਕਰਨਾ ਸੀ ਘਰਾਂ ਤੋਂ ਕੱਢ ਕੇ। ਤੇ ਇਹ ਬੀਬੀ ਇੰਦਰਾ ਦੀ ਜਿਹੜੀ ਉਹ ਪਾਲਿਸੀ ਸੀ, ਆਂਦਾ ਵੀ ਜੇ ਤੁਸੀਂ ਜਾਣਾ, ਐਦੋਂ ਅੱਗੇ ਜਾਣਾ ਤੇ ਗੱਡੀਆਂ ਛੱਡ ਦਿਓ ਤੇ ਐਮਨੀਸ਼ਨ ਤੇ ਹਥਿਆਰ ਚੁੱਕ ਲਓ। ਹਰੀਕੇ ਬਿਲਕੁਲ ਸੀਲ ਜੇ, ਹਰੀਕੇ ਥਾਣੀ ਤੁਸੀਂ ਲੰਘ ਨਹੀਂ ਸਕਦੇ। ਸਾਨੂੰ ਉਹਨੇ ਦਿੱਤਾ ਵੀ ਸਿਰਫ ਇੱਕ ਸਭਰਾ ਪਿੰਡ ਆ, ਸਭਰਾ ਦਾ ਆਰ ਪਾਰ ਸਭਰਾ ਵੱਜਦੇ ਆ, ਸਿਰਫ ਉੱਥੇ ਰਸਤਾ ਹੈਗਾ, ਉੱਥੋਂ ਤੁਸੀਂ ਲੰਘ ਸਕਦੇ। ਤੇ ਜਿੰਨੇ ਹਥਿਆਰ ਤੇ ਅਸਲਾ ਚੁੱਕਿਆ ਜਾਂਦਾ ਚੁੱਕ ਲਓ। ਪਰ ਉੱਥੋਂ ਪੈਂਡਾ ਬਹੁਤ ਦੂਰ ਸੀ, ਇਹਨਾਂ ਨੇ ਉੱਥੋਂ ਕਰਕੇ ਤੇ ਮੁੜ ਕੇ ਜੇ ਪੈਦਲ ਜਾਂਦੇ ਤੇ ਰਸਤੇ 'ਚ ਘੇਰ ਕੇ ਨਾ ਸ਼ੂਟ ਕਰ ਦੇਣਾ। ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਵਿੱਚ ਉਹਨਾਂ ਨੇ ਉਹ ਸਾਰੇ ਨੇ ਇਸ ਪਾਲਿਸੀ ਨੂੰ ਮੰਨ ਲਿਆ ਵੀ ਚਲੋ ਜੇ ਕਹਿੰਦਾ ਵਾਪਸ ਜੂਨ ਛੱਡ ਜਾਣਾ ਵੀ ਆਹ ਕੰਮ ਹੋ ਗਿਆ ਤੇ ਐਦੋਂ ਅੱਗੇ ਤੁਸੀਂ ਜਾ ਨਹੀਂ ਸਕਦੇ, ਆਪਾਂ ਮਤਲਬ ਵਾਪਸ ਯੂਨਿਟ ਵਾਪਸ ਚਲੇ ਜਾਓ। ਯੂਨਿਟ ਵਾਪਸ ਮੰਨ ਗਏ, ਸਾਰੇ ਮੰਨ ਗਏ। ਸਾਰੇ ਮੰਨ ਜਦੋਂ ਮੰਨ ਗਏ ਤੇ ਉਹ ਜਿਹੜਾ ਹੋਇਆ ਸਾ, ਜਦੋਂ ਉਹਨੇ ਆਪਣੇ ਕੋਰ ਕਮਾਂਡਰ ਬਠਿੰਡੇ ਵਾਲੇ ਨੂੰ ਫੋਨ ਤੇ ਗੱਲ ਕੀਤੀ ਕਿ ਮੈਂ ਇਹਨਾਂ ਨੂੰ ਮਨਾ ਲਿਆ ਤੇ ਵਾਪਸ ਲੈ ਕੇ ਆ ਰਿਹਾ, ਜੋਨ ਛੱਡਣ ਜਾ ਰਿਹਾ, ਉਹਨੇ ਕਿਹਾ ਇੱਥੇ ਲੈ ਆ ਮੇਰੇ ਕੋਲ। ਉੱਥੋਂ ਗੱਡੀਆਂ 'ਚ ਭਾ ਕੇ ਤੇ ਬਠਿੰਡੇ ਲੈ ਗਏ। ਜਦੋਂ ਬਠਿੰਡੇ ਜਾ ਕੇ ਕੋਰ ਕਮਾਂਡਰ ਨੇ ਕਿਹਾ ਕਿ ਸੂਰਤਗੜ੍ਹ ਕੈਂਪ ਬਣ ਡਿਆ ਤੇ ਇਹਨਾਂ ਨੂੰ ਉੱਥੇ ਲੈ ਜਾ, ਉਸ ਟਾਈਮ ਤੇ ਉਹ ਬ੍ਰਿਗੇਡੀਅਰ ਨੇ ਦੱਸਦੇ, ਅਸੀਂ ਹਾਜ਼ਰ ਸਾਹਮਣੇ ਤੇ ਨਹੀਂ ਦੱਸਦੇ ਕਿ ਮੱਥੇ ਨੂੰ ਹੱਥ ਮਾਰਿਆ। ਕੀ ਨਾਂ ਸੀ ਉਹਦਾ? ਬ੍ਰਿਗੇਡੀਅਰ ਸ਼ੇਖੋਂ ਸੀ ਸ਼ਾਇਦ, ਨਾਂ ਨਹੀਂ ਪੂਰਾ ਕੰਪਲੀਟਲੀ ਉਹਦਾ ਯਾਦ। ਤੇ ਉਹਨੇ ਮੱਥੇ ਨੂੰ ਹੱਥ ਮਾਰਿਆ, ਮੈਂ ਇਹਨਾਂ ਨਾਲ ਕੀ ਵਾਅਦਾ ਕਰਕੇ ਲਿਆ ਤੇ ਇੱਥੇ ਤੇ ਇਹਦੇ ਕੈਦੀ ਹੋ ਗਏ। ਫਿਰ ਉਸ ਰਾਤ ਉਹ ਸਾਨੂੰ 8 ਤਰੀਕ ਦੀ ਉਹ ਰਾਤ ਹੋ ਜਾਂਦੀ ਹੈ, ਉੱਥੋਂ ਸਾਨੂੰ ਲੈ ਕੇ ਤੇ ਜਿਹੜੇ ਸੂਰਤਗੜ੍ਹ ਨੂੰ ਤੁਰ ਪੈਂਦਾ ਜਵਾਨਾਂ ਨੂੰ ਲੈ ਕੇ। ਹਨੂੰਮਾਨਗੜ੍ਹ ਕੋਲ ਜਾ ਕੇ ਤੇ ਉੱਥੇ ਨਹਿਰ ਪੈਂਦੀ, ਤੜਕਾ ਹੋ ਜਾਂਦਾ, ਸਵੇਰ ਦਾ ਟਾਈਮ ਹੋ ਜਾਂਦਾ। ਉਹਨੇ ਡਾਕੇ ਗੱਡੀਆਂ ਡਕਾ ਕੇ ਕਹਿੰਦਾ ਜਾਓ ਦੂਰ ਤੱਕ ਆਪਣੇ ਟੱਟੀ ਪਿਸ਼ਾਬ ਕਰੋ। ਉਹਦੇ ਮਨ 'ਚ ਵੀ ਇਹ ਮੈਂ ਇਹਨਾਂ ਨੂੰ ਭਰੋਸਾ ਕੁਛ ਦਿੱਤਾ ਸੀ ਤੇ ਇਹਨਾਂ ਦੇ ਨਾਲ ਹੋ ਗਿਆ ਧੋਖਾ ਵੀ ਭੱਜਣ, ਤੇ ਜੇ ਭੱਜਣਾ ਚਾਹੁਣ ਤੇ ਭੱਜਣ। ਪਰ ਜਵਾਨਾਂ ਦੇ ਮਨ 'ਚ ਵੀ ਚਲੋ ਅਸੀਂ ਵਾਪਸ ਯੂਨਿਟ 'ਚ ਚੱਲ ਜਾਣਾ, ਕਿਹੜੀ ਗੱਲ। ਸਾਰੇ ਆਪਣਾ ਟੱਟੀ ਪਿਸ਼ਾਬ ਕਰਕੇ ਵਾਪਸ ਆ ਗਏ, ਦੁਬਾਰਾ ਗੱਡੀਆਂ 'ਚ ਬਹਿ ਗਏ ਤੇ ਸੂਰਤਗੜ੍ਹ ਗੱਡੀਆਂ ਪਹੁੰਚ ਗਈਆਂ। ਇਸ ਜਵਾਨਾਂ ਨੂੰ ਉਦੋਂ ਪਤਾ ਲੱਗਾ ਜਦੋਂ ਹਨੂੰਮਾਨਗੜ੍ਹ ਤੋਂ ਕ੍ਰਾਸ ਕੀਤਾ ਤੇ ਜਿਹੜੀਆਂ ਕੈਂਚੀਆਂ ਪੈਂਦੀਆਂ ਉੱਤਰ ਨੂੰ ਜਦੋਂ ਗੱਡੀਆਂ ਕੀਤੀਆਂ ਤੇ ਹਨੂੰਮਾਨਗੜ੍ਹ ਤੋਂ ਗੰਗਾ ਨਗਰ ਦਾ ਜਿਹੜਾ ਰੋਡ ਸੀ ਉਸ ਰੋਡ ਤੇ ਛਾਉਣੀ ਸੀ। ਜਦੋਂ ਗੱਡੀਆਂ ਉੱਧਰ ਨੂੰ ਕ੍ਰਾਸ ਕੀਤੀਆਂ ਫੇਰ ਸਿੰਘਾਂ ਦੇ ਜਿਹੜੇ ਫੌਜੀ ਸਿੰਘ ਉਹਨਾਂ ਦੇ ਮਨ 'ਚ ਆਇਆ ਵੀ ਜੂਨ ਤੇ ਸਾਡੀ ਇੱਧਰ ਕਿੱਧਰ ਲੈ ਕੇ ਚੱਲਿਆ ਸਾਨੂੰ। ਉਦੋਂ ਤੱਕ ਤੁਹਾਨੂੰ ਦੱਸਿਆ ਨਹੀਂ ਸੀ? ਦੱਸਿਆ ਨਹੀਂ ਗਿਆ।
ਚਲੋ ਅਸੀਂ ਪਰਲੀ ਬੀਕਾਨੇਰ ਵਾਲੀ ਸੜਕੇ ਆ ਜਾਏ, ਪਰ ਉਧਰ ਦੀ ਵੀ ਨਾ ਆਇਆ, ਤੇ ਜੀ ਫਿਰ ਉਹ ਸੂਰਤਗੜ੍ਹ ਸਾਨੂੰ ਕੈਂਪ 'ਚ ਲੈ ਗਏ। ਉੱਥੇ ਜਾਂਦਿਆਂ ਨੂੰ ਕੈਂਪ ਬਣ ਗਿਆ, ਤਾਰਾਂ ਲਾ ਕੇ ਕੈਂਪ ਟਿੱਬੇ ਦੇ ਵਿੱਚ ਸੀਗਾ। ਉੱਥੇ ਸਾਰੇ ਬੰਦੇ ਜਿਹੜੇ ਉਹਨਾਂ ਨੇ ਕੈਦ ਕਰ ਲਏ। ਫਿਰ ਟੌਰਚਰ ਕੀਤਾ? ਟੌਰਚਰ ਤੇ ਤੁਸੀਂ ਪਹਿਲੇ 3 ਮਹੀਨੇ ਦੇ ਕੁਝ ਨਹੀਂ ਬੁਲਾਇਆ ਸਾਨੂੰ, ਪਰ ਜਿਹੜਾ ਉਹ ਉੱਥੇ ਮਾਨਸਿਕ ਤੌਰ ਦੇ ਉੱਤੇ ਟੌਰਚਰ ਸੀਗਾ। ਜਿਹੜੇ ਬੰਦੇ ਮੀਟ ਨਹੀਂ ਖਾਂਦੇ ਉਹਨਾਂ ਦੇ ਸਬਜ਼ੀ ਦੇ ਵਿੱਚੋਂ ਮੀਟ ਆਉਣਾ, ਮੀਟ ਦੀਆਂ ਹੱਡੀਆਂ ਆਉਣੀਆਂ ਬ੍ਰੇਕਫਾਸਟ ਦੇ ਵਿੱਚ ਟਾਈਮ ਦੇ ਉੱਤੇ। ਅਤੇ ਹੋਰ ਵੀ ਪਾਣੀ ਦੀ ਤੰਦੀ ਬੜੀ ਤੱਦੀ ਦਿੱਤੀ ਉਹਨਾਂ ਨੇ, ਪਾਣੀ ਬੜਾ ਘੱਟ, ਕੋਈ ਲੀੜਾ ਕੱਪੜਾ ਨਹੀਂ ਸਾਡੇ ਕੋਲ। ਅਸੀਂ ਆਪਣੀਆਂ ਪੱਗਾਂ ਪਾੜ ਕੇ ਅੱਧੀਆਂ ਪੱਗਾਂ ਥੱਲੇ ਵਿਛਾਉਣੀਆਂ, ਅੱਧੀਆਂ ਉੱਤੇ ਲੈਣੀਆਂ। ਅਤੇ ਇੱਦਾਂ ਮੁੜ ਕੇ ਚੱਲਦਿਆਂ ਮੁੜ ਕੇ ਫਿਰ ਬਾਅਦ ਦੇ ਵਿੱਚ ਜਿਹੜੀਆਂ ਏਜੰਸੀਆਂ ਸੀਗੀਆਂ ਉਹਨਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ। 3 ਮਹੀਨਿਆਂ ਬਾਅਦ? 3 ਮਹੀਨਿਆਂ ਬਾਅਦ ਫਿਰ ਉਹਨਾਂ ਏਜੰਸੀਆਂ ਦਾ ਆਉਣਾ ਸ਼ੁਰੂ ਹੋ ਗਿਆ। ਫਿਰ ਕਦੇ ਕਿਹਾ ਬਾਅਦ 'ਚੋਂ ਵੀ ਮਾਫੀ ਕਰਕੇ ਕੋਈ ਮਾਫੀ ਮੰਗ ਕੇ ਜਾਣਾ ਚਾਹੁੰਦਾ, ਜਾਂ ਉਹਨਾਂ ਦਾ ਪੱਕਾ ਸੀ ਕਿ ਨਹੀਂ ਆਰਮੀ 'ਚ ਨਹੀਂ ਜਾਣਾ? ਮਾਫੀ ਵਾਲੀ ਕਹਾਣੀ ਕੋਈ ਨਹੀਂ, ਨਾ ਕਿਸੇ ਨੇ ਆਖਿਆ ਜੀ ਤੁਸੀਂ ਮਾਫੀ ਮੰਗੋ, ਵੀ ਜੋ ਕਹਿ ਦਿਓ ਕਿ ਸਾਡੇ ਤੋਂ ਗਲਤੀ ਹੋ ਗਈ। ਗਲਤੀ ਵਾਲਾ ਸਾਡੇ ਕਿਉਂਕਿ ਸਾਡੀ ਪਲਟਨ ਜਿਹੜੀ ਨੰਗਾ ਦੀ ਪਲਟਨ ਆਈ ਦੀ, ਮਾਫੀ ਵਾਲੀ ਕਹਾਣੀ ਨਹੀਂ। ਸਾਨੂੰ ਪਤਾ ਹੈ ਵੀ ਸਾਨੂੰ ਸਜ਼ਾ ਹੋਣੀ ਹੈ, ਪਰ ਜਦੋਂ ਉਹਨਾਂ ਏਜੰਸੀਆਂ ਨੇ ਪੁੱਛਦੇ ਰਹੇ, ਮੇਰੇ ਤੱਕ ਵੀ ਪੁੱਛ ਗਏ, ਮੇਰੇ ਪਰਿਵਾਰ ਤੱਕ, ਪਿੰਡ ਤੱਕ ਮੇਰੀ ਇਨਕੁਆਇਰੀ ਹੋਈ। ਜਦੋਂ ਪਿੰਡੋਂ ਇਨਕੁਆਇਰੀ ਗਈ ਉਹਦੇ ਵਿੱਚ ਉਹਨਾਂ ਲਿਖਤਾ ਕਿ ਇਹ ਪਰਿਵਾਰ ਜਿਹੜਾ ਉਸ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਣਿਆਂ ਦੇ ਨਾਲ ਦਮਦਮੀ ਟਕਸਾਲ ਨਾਲ ਕਨੈਕਟਡ ਆ। ਅਤੇ ਉਹ ਜਿਹੜੇ ਸਿੰਘ ਮਤਲਬ 2 ਵਾਰੀ 5 ਪਿਆਰਿਆਂ ਦੇ ਰੂਪ 'ਚ ਆਏ ਸੀ, ਉਹਨਾਂ ਦੀ ਐਂਟਰੀ ਮੇਰੇ ਨਾਂ 'ਤੇ ਪਈ ਸੀ। ਉਹਨਾਂ ਨੇ ਮੇਰੇ 'ਤੇ ਬਲੇਮ ਲਾਇਆ ਵੀ ਇਹ ਬੰਦੇ ਤੁਹਾਨੂੰ ਪੈਸੇ ਦੇ ਗਏ ਅਤੇ ਤੁਸੀਂ ਪੈਸੇ ਯੂਨਿਟ 'ਚ ਵੰਡੇ ਆ, ਅਤੇ ਤਾਂ ਕਰਕੇ ਬਗਾਵਤ ਹੋਈ। ਅਤੇ ਅਸੀਂ ਉਹਨਾਂ ਵੀ ਇਹ ਗੱਲ ਕੋਈ ਨਹੀਂ ਹੈਗੀ। ਉੱਥੇ ਦਮਦਮੀ ਟਕਸਾਲ ਦੇ ਸਿੰਘ ਸੀ, ਆਏ ਸੀ ਅਤੇ ਗੁਰਦੁਆਰੇ ਮੱਥਾ ਟੇਕ ਕੇ ਚਾਹ ਪਾਣੀ ਪੀ ਕੇ ਚਲੇ ਗਏ। ਸਾਡਾ ਉਹਨਾਂ ਨਾਲ ਕੋਈ ਤਾਲੁਕਾਤ ਨਹੀਂ ਹੈ। ਪਰ ਫਿਰ ਵੀ ਉਹਨਾਂ ਨੇ ਜੋ ਉਹਦੀ ਪਹੁੰਚ ਕੀਤੀ, ਜਦੋਂ ਉਹਨਾਂ ਨੇ ਉਹ ਜਿਹੜਾ ਨਸ਼ਹਿਰੇ ਦਾ ਸਿੰਘ ਸੀਗਾ ਉਹਦੀ ਵੀ ਇਨਕੁਆਇਰੀ ਆ ਗਈ। ਕਿਸੇ ਨੇ ਮਤਲਬ ਵਿੱਚੋਂ ਜਿਹੜੇ ਬੰਦੇ ਸੀ ਉਹਨਾਂ ਨੂੰ ਦੱਸਤਾ ਵੀ ਇੱਕ ਬੰਦਾ ਨਸ਼ਹਿਰੇ ਦਾ ਵੀ ਉਹਨਾਂ 'ਚ ਸੀਗਾ, ਕਿਉਂਕਿ ਜੂਨ ਲਾਗੋਂ ਬੰਦੇ ਹੈਗੇ ਸੀ। ਉਹਨਾਂ ਜਦੋਂ ਦੱਸਿਆ ਤਾਂ ਉਹ ਮੁੜ ਕੇ ਉਹਦੀ ਬਾਰੇ ਇਨਕੁਆਇਰੀ ਹੋਈ। ਮੈਨੂੰ ਪੁੱਛੇ ਵੀ ਜਿਹੜਾ ਬੰਦਾ ਨਸ਼ਹਿਰੇ ਦਾ ਸੀ ਵਿੱਚ 5 ਪਿਆਰਿਆਂ 'ਚ, ਉਹ ਕੌਣ ਸੀ। ਫਿਰ ਮੈਨੂੰ ਉੱਥੇ ਝੂਠ ਬੋਲਣਾ ਪਿਆ। ਉਹ ਸਿੰਘ ਨੂੰ ਬਚਾਉਣ ਵਾਸਤੇ ਉਹਦਾ ਨਾਮ ਮੈਨੂੰ ਉਜਾਗਰ ਕਰਨਾ ਹੀ ਪੈਣਾ, ਭਗਵੰਤ ਸਿੰਘ ਸੀਗਾ। ਅਤੇ ਡੈਥ ਹੋ ਗਈ? ਨਹੀਂ, ਜਿਉਂਦਾ ਜਾਗਦਾ। ਮੈਂ ਉਹਨੂੰ ਉਹਦੀ ਥਾਂ ਦੇ ਉੱਤੇ ਮੈਂ ਭਗਵਾਨ ਸਿੰਘ ਲਿਖਾਇਆ ਉਹਨਾਂ ਨੂੰ। ਮੈਂ ਕਿਹਾ ਜੀ ਭਗਵਾਨ ਸਿੰਘ ਸੀ। ਇਹ ਪਿਓ ਦਾ ਨਾਮ ਹੈ ਕੇਰ ਸਿੰਘ। ਭਗਵਾਨ ਸਿੰਘ ਸਾਨੂੰ ਕੇਰ ਸਿੰਘ ਜਿਹੜਾ ਉਹ ਚੱਕੀ ਦਾ ਕੰਮ ਕਰਦਾ ਸੀ, ਆਟਾ ਚੱਕੀ ਦਾ, ਅਤੇ ਨਹਾਇਤ ਸ਼ਰੀਫ ਸੀ ਬੰਦਾ। ਮੈਨੂੰ ਪਤਾ ਹੈ ਵੀ ਇਹਦੀ ਜਿਹੜੀ ਰਿਪੋਰਟ ਆ ਸਰਪੰਚ ਨੇ ਜਾਂ ਪਿੰਡ ਵਾਲਿਆਂ ਨੇ ਮਤਲਬ ਇਹਦੇ ਹੱਕ ਆਪਣੇ ਕਹਿਣਾ ਵੀ ਇਹ ਬੰਦਾ ਇਹੋ ਜਿਹਾ ਨਹੀਂ ਹੈਗਾ। ਅਤੇ ਜਦੋਂ ਦੁਬਾਰਾ ਇੱਥੋਂ ਇਨਕੁਆਇਰੀ ਹੋ ਕੇ ਗਈ, ਮੈਨੂੰ ਕਹਿੰਦੇ ਉਹ ਤਾਂ ਚੱਕੀ ਚਲਾਉਂਦਾ। ਅਤੇ ਮੈਂ ਕਿਹਾ ਉਹ ਚੱਕੀ ਚਲਾਉਂਦਾ, ਹੋਰ ਕੀ, ਉਹ ਕਿਤੇ 5 ਪਿਆਰਾ ਹੀ ਨਹੀਂ ਲੱਗ ਸਕਦਾ ਜਿਹੜਾ ਚੱਕੀ ਚਲਾਉਂਦਾ। ਆਂਦਾ ਉਹਦਾ ਨਾਂ ਤਾਂ ਭਗਵਾਨ ਸਿੰਘ ਹੈ। ਅਤੇ ਮੈਂ ਕਿਹਾ ਮੈਂ ਵੀ ਤਾਂ ਤੁਹਾਨੂੰ ਭਗਵਾਨ ਸਿੰਘ ਹੀ ਦੱਸਿਆ। ਆਂਦਾ ਨਹੀਂ ਹੋਰ ਬੰਦਾ ਹੈ। ਮੈਂ ਹੋਰ ਜਿਹੜਾ ਹੈਗਾ ਸੀ ਫਿਰ ਲੱਭ ਲਓ, ਮੈਨੂੰ ਨਹੀਂ ਪਤਾ। ਕੁਲਵੰਤ ਸਿੰਘ ਆਪਣਾ KS ਗਿੱਲ ਬ੍ਰਿਗੇਡੀਅਰ ਜਿਹੜਾ ਸਾਡਾ ਵਕੀਲ ਸੀਗਾ ਚੰਡੀਗੜ੍ਹ ਤੋਂ, ਅਤੇ ਉਹਨੇ ਸਾਨੂੰ ਰੋਜ਼ ਜਦੋਂ ਅਸੀਂ ਜਾਣਾ ਉਦੋਂ ਕਹਿਣਾ ਉਹ ਤਕੜੇ ਹੋ ਜਾਓ, ਤੁਹਾਨੂੰ ਇਹ ਭਾਰਤੀ ਫੌਜ ਨੇ ਜਿਹੜਾ ਬਲੀ ਦਾ ਬੱਕਰਾ ਬਣਾਉਣਾ ਤੂੰ ਆਰਡਰ ਆ, ਤੁਹਾਨੂੰ ਸਜ਼ਾ ਹੋਣੀ ਆ, ਕਿਸੇ ਨੇ ਨਹੀਂ ਰੁਕਣਾ। ਅਤੇ ਜਦੋਂ ਆਖਰ ਸਜ਼ਾ ਦਾ ਦਿਨ ਆ ਜਾਂਦਾ, ਸਜ਼ਾ ਦੇ ਦਿਨ ਦੇ ਵਿੱਚ ਸਾਨੂੰ ਮਤਲਬ ਇੱਦਾਂ ਇੱਕੇ ਲੈਣ 'ਚ ਚੌਹਾਂ ਨੂੰ ਖਿਲਾਰ ਲੈਂਦੇ ਆ, ਅਤੇ ਉਹ ਵੋਟਿੰਗ ਬੇਸ ਦੇ ਉੱਤੇ ਉਹ ਸਜ਼ਾ ਕਰਨ ਡਏ। ਸਭ ਤੋਂ ਪਹਿਲਾਂ ਜਸਪਾਲ ਸਿੰਘ 1 ਨੰਬਰ 'ਤੇ, ਜਿਹਨੇ ਉਹ ਕਰਮ ਸਿੰਘ ਉਹਨਾਂ ਨੂੰ ਕੁੱਟਿਆ ਸੀ, ਸੂਬੇਦਾਰ ਸਤਨਾਮ ਸਿੰਘ ਉਹਨਾਂ ਨੂੰ ਕੁੱਟਿਆ ਸੀ। ਸਭ ਤੋਂ ਪਹਿਲਾਂ ਜਕਾਰਾ ਛੱਡਿਆ ਸੀ ਇਹਨੇ। ਉਹ ਸਿੰਘ ਨੇ ਕੀ ਕੀਤਾ ਵੀ ਉਹਨੂੰ ਜਦੋਂ ਉਮਰ ਕੈਦ ਸੁਣਾਈ, ਉਮਰ ਕੈਦ ਸੁਣਾਈ ਅਤੇ ਉਹਨੇ ਜਕਾਰਾ ਛੱਡਤਾ ਕੋਰਟ ਦੇ ਵਿੱਚ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਿਆ। ਛੱਡਣ ਤੋਂ ਬਾਅਦ ਦੇ ਵਿੱਚ ਮੇਰੀ ਵਾਰੀ ਆ ਗਈ। ਮੈਨੂੰ ਕਹਿੰਦੇ ਤਰਲੋਚਨ ਸਿੰਘ, ਹਾਂਜੀ, ਤੈਨੂੰ ਪੀੜੀ ਕਿਉਂ ਆਉਂਦੇ ਸੀ? ਸਜ਼ਾ ਦੇਣ ਤੋਂ ਪਹਿਲਾਂ ਜੱਜ ਨੇ ਮੈਨੂੰ ਪੁੱਛਿਆ ਤਾਂ ਤੈਨੂੰ ਪੀੜੀ ਕਿਉਂ ਆਉਂਦੇ? ਮੈਂ ਕਿਹਾ ਜੀ ਪੀੜੀ ਦੇ ਕੋਰਸ ਕੀਤੇ ਸਾਰੇ, ਮੇਰੀ ਤਾਂ APDC ਵਿੱਚ ਟ੍ਰਾਂਸਫਰ ਸੀ, ਪਰ CO ਨੇ ਨਹੀਂ ਭੇਜਿਆ, ਕੀ ਪਤਾ ਕਰਮ ਮੇਰੇ ਜੇਲ੍ਹ 'ਚ ਸੀਗੇ। ਇਹਨੇ ਜਦੋਂ ਗੱਲ ਕਹੀ ਮੈਂ ਕਿਹਾ ਜੀ ਇਹ ਸਜ਼ਾ ਸੁਣਾ ਦਈਏ। ਮੈਂ ਕਿਹਾ ਜੀ ਬੜੀ ਖੁਸ਼ੀ ਨਾਲ ਸੁਣਾਓ, ਸਾਨੂੰ ਪਤਾ ਸਜ਼ਾ ਹੋਣੀ ਹੈ।
ਆਹ ਤਾਂ ਤੁਸੀਂ ਉਮਰ ਕੈਦ ਸੁਣਾਈ ਆ, ਸਾਨੂੰ ਤਾਂ ਇਹ ਲੱਗਦਾ ਜੇ ਫਾਂਸੀ ਕਰੋਗੇ। ਆਹ ਗੱਲ ਅਸੀਂ ਮਤਲਬ ਜੱਜਾਂ ਨੂੰ ਕਹਿਣ ਡਿਆ, ਡਰ ਨਹੀਂ ਸਾਡੇ ਮਨ 'ਚ ਥੋੜ੍ਹਾ ਵੀ। ਮੈਂ ਕਿਹਾ ਸਾਨੂੰ ਤਾਂ ਇੰਝ ਲੱਗਦਾ ਵੀ ਜੇ ਅਸੀਂ ਉਮਰ ਕੈਦ ਦੀ ਜਗ੍ਹਾ ਸਜ਼ਾਏ ਮੌਤ ਹੋਏਗੀ। ਉਹਦੇ ਵਿੱਚ ਸਾਨੂੰ ਇਹਨਾਂ ਨੇ ਭਾਰਤੀ ਫੌਜ ਦੀ ਜਿਹੜੀ ਇਹ ਧਾਰਾ ਹੁੰਦੀ ਆ 37A ਤੇ 37B ਦੇ ਤਹਿਤ ਇਹਦਾ ਸਜ਼ਾ ਦਿੱਤੀ ਸਰ। ਫਿਰ ਬਾਕੀਆਂ ਨੂੰ ਕਿੰਨੀ ਉਹਦੇ ਵਿੱਚ ਫਿਰ ਮੈਨੂੰ 14 ਸਾਲ ਸਜ਼ਾ ਸੁਣਾਈ ਗਈ। ਜਦੋਂ ਉਹਨਾਂ ਮੈਨੂੰ 14 ਸਾਲ ਸਜ਼ਾ ਸੁਣਾਈ ਤੇ ਮੰਮੀ ਜੀ ਘਰ ਛੱਡਤਾ। ਜਕਾਰਾ ਛੱਡਣ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਦੇ ਪਿੰਡ ਦਾ ਸਿੰਘ, ਕਰਤਾਰ ਸਿੰਘ ਦੇ ਪਿੰਡ ਦਾ ਸਿੰਘ ਜਿਹੜਾ ਆਪਣਾ ਕਸ਼ਮੀਰ ਸਿੰਘ ਸੀ, ਉਹਦੀ ਵਾਰੀ ਆ ਗਈ। ਜਦੋਂ ਉਹਦੀ ਵਾਰੀ ਆਈ ਤਾਂ ਉਹਨੂੰ ਵੀ 14 ਸਾਲ, ਉਹਨੇ ਵੀ ਜਕਾਰਾ ਛੱਡਤਾ। ਤੇ ਜਿਹੜਾ ਚੌਥਾ ਬੰਦਾ ਹੈ ਸਾਡਾ ਸੁਖਵੰਤ ਸਿੰਘ ਦੌੜੀਆ, ਉਹ ਏਸ਼ੀਆ ਦਾ ਦੌੜੀਆ ਸੀ। ਸਿਰਫ ਉਹਨੇ ਏਸ਼ੀਆ ਦਾ ਦੌੜੀਆ ਹੋਣ ਕਾਰਨ ਉਹਨੂੰ 2 ਸਾਲ ਦੇ ਵਿੱਚੋਂ ਮਾਫੀ ਦਿੱਤੀ, ਉਹਨੂੰ 12 ਸਾਲ ਸਜ਼ਾ ਦਿੱਤੀ ਕਿਉਂਕਿ ਉਹ ਗੋਲਡ ਮੈਡਲ ਸੀ ਏਸ਼ੀਆ ਦਾ। ਮੈਡਲ ਨੇ ਉਹਨੂੰ 2 ਸਾਲ ਸਜ਼ਾ ਘਟਾਈ ਅਤੇ ਉਹ ਫਿਰ ਉਹਨੂੰ ਹੋ ਗਈ। ਹੁਣ ਤੋਂ ਬਾਅਦ ਸਾਨੂੰ ਵੱਖਰਾ ਇੱਕ ਜਿਹੜੇ ਹੈਗੇ ਸੀਗੇ, ਕਿਹੜੀ ਜੇਲ੍ਹ 'ਚ ਰਹੇ? ਤੁਹਾਨੂੰ ਤਾਂ ਮਤਲਬ ਉੱਥੇ ਇਹਨਾਂ ਸਾਨੂੰ ਵੱਖਰਾ ਇੱਕ ਜਿਹੜਾ ਉਹ ਬਣਾ ਲਿਆ ਤਾਰਾਂਵਾਲ ਕੇ ਬੈਰਕਪੁਰੀ ਦੇ ਵਿੱਚ, ਉਹ ਆਪਣੀ ਕੀ ਕਹਿੰਦੇ ਆਪਾਂ ਉਹਨੂੰ ਜੇਲ੍ਹ ਬਣਾ ਲਈ ਜਿੱਥੇ ਛੋਟੀ। ਉਹਦੇ ਵਿੱਚ ਫਿਰ ਜਿੱਦਾਂ ਸਟੈਪ ਬਾਈ ਸਟੈਪ ਕੁਆਟਰ ਗਾਰਡ ਵਾਲੇ ਵੀ ਆ ਗਏ, ਮੈਗਜ਼ੀਨ ਵਾਲੇ ਵੀ ਆ ਗਏ। ਉਹ ਵਾਰੀ ਸਭ ਤੋਂ ਪਹਿਲਾਂ ਫਿਰ ਸਾਨੂੰ ਉਹਨਾਂ ਨੇ ਉੱਥੋਂ ਟ੍ਰਾਂਸਫਰ ਕੀਤਾ। ਮੈਂ ਤੁਹਾਨੂੰ ਇੱਥੇ ਦੱਸਣਾ ਭੁੱਲ ਗਿਆ ਕਿ ਇੱਥੇ ਮੈਨੂੰ ਬਾਬਾ ਮਾਣੋਚਾਲ ਜਿਹੜਾ ਮੇਰੀ ਮੁਲਾਕਾਤ 'ਤੇ ਗਿਆ, ਜਦੋਂ ਸਾਨੂੰ ਸਜ਼ਾ ਹੋ ਚੁੱਕੀ ਸੀ। ਉਹਦੇ ਨਾਲ ਮੇਰੀ ਸਿੰਘਣੀ, ਮੇਰੀ ਮਾਤਾ ਅਤੇ ਇਹ ਚਾਰੇ ਬੱਚੇ, ਤੇ ਮੇਰੇ ਜਿਹੜੀ ਬੇਟੀ ਸੀ ਉਹ ਛੋਟੀ ਜਿਹੀ ਸੀ, ਅਜੇ ਕੁਛ ਹੀ ਦਿਨਾਂ ਦੀ ਸੀ। ਅਤੇ ਉਹਨੂੰ ਨਾ 2 ਮਹੀਨਿਆਂ ਦੀ ਸੀ। ਉਹਨੂੰ ਲੈ ਕੇ ਮੇਰੀ ਸਿੰਘਣੀ ਵਿਖਾਉਣ ਗਈ ਅਤੇ ਉਹ ਫਿਰ ਜਦੋਂ ਮੁਲਾਕਾਤ ਹੋ ਗਈ, ਡਾਕਟਰ ਸਤਨਾਮ ਸਿੰਘ ਦੇ ਨਾਂ 'ਤੇ ਬਾਬਾ ਮਾਣੋਚਾਲ ਨੇ ਉੱਥੇ ਮੁਲਾਕਾਤ ਕੀਤੀ। ਦਾੜੀ ਬੱਧੀ ਹੋਈ ਸੀ, ਐਨਕਾਂ ਲਾਈਆਂ, ਕੋਟ ਪੈਂਟ ਪਾਇਆ ਸੀ। ਜਦੋਂ ਮੁਲਾਕਾਤ ਕਰਨ ਤੋਂ ਬਾਅਦ ਦੇ ਵਿੱਚ ਉਹ ਫਿਰ ਜਿਹੜੇ ਸਾਡਾ ਤਾਰਾਂ ਲੱਗਾ, ਉਹ ਮਤਲਬ ਉਹਨਾਂ ਬਣਾਇਆ ਸੀਗਾ ਦੂਜੀ ਕੈਦਖਾਨਾ, ਉਹਦੀਆਂ ਤਾਰਾਂ ਦੇ ਨਾਲ ਲੱਗ ਕੇ ਫਿਰ ਬਾਬਾ ਗੁਰਬਚਨ ਸਿੰਘ ਮਾਣੋਚਾਲ ਨੇ ਘੱਟੋ ਘੱਟ 35-40 ਮਿੰਟ ਪ੍ਰਚਾਰ ਕੀਤਾ। 35-40 ਮਿੰਟ ਜਦੋਂ ਪ੍ਰਚਾਰ ਕੀਤਾ ਅਤੇ ਅੰਦਰਲੇ ਸਿੰਘਾਂ ਦੇ ਹੌਸਲੇ ਜਿਹੜੇ ਬਰਾਮਦ ਹੋਏ। ਉਹਦੇ ਵਿੱਚ ਇਹਨਾਂ ਮੁੱਖ ਗੱਲਾਂ ਕਹੀਆਂ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਜਿੰਨਾ ਚਿਰ ਸਾਡੇ ਜਿਹੜੇ ਧੜ ਦੇ ਉੱਤੇ ਸੀਸ ਆ, ਉਹਨਾਂ ਚਿਰ ਅਸੀਂ ਤੁਹਾਡੀ ਰਿਹਾਈ ਵਾਸਤੇ ਲੜਦੇ ਰਹਾਂਗੇ, ਤੁਹਾਨੂੰ ਰਿਹਾ ਕਰਾ ਕੇ ਰਹਾਂਗੇ। ਅੰਦਰ ਫਿਰ ਸਿੰਘਾਂ ਦਾ ਜੋਸ਼ ਜਿਹੜਾ ਸੀ ਹੋਰ ਵੱਧ ਗਿਆ ਕਿ ਜੇ ਇਹੋ ਜਿਹੇ ਸਿੰਘ ਸਾਡੇ ਮਗਰ ਨਹੀਂ ਅਤੇ ਸਾਨੂੰ ਇਹਦੀ ਜਿਹੜੀ ਉਹ ਕੋਈ ਪਰਵਾਹ ਨਹੀਂ। ਉਸ ਤੋਂ ਬਾਅਦ ਕਿਹੜੀ ਜੇਲ੍ਹ 'ਚ? ਉਸ ਤੋਂ ਬਾਅਦ ਵਿੱਚ ਉਹਨਾਂ ਸਾਨੂੰ ਫਿਰ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ 2 ਹੀ ਮਤਲਬ ਫੌਜ ਦੇ ਕਾਗਜ਼ਾਂ 'ਚ ਆ, ਇੱਕ ਪਟਿਆਲਾ ਜੇਲ੍ਹ ਅਤੇ ਦੂਜੀ ਜਿਹੜੀ ਆ ਫਿਰੋਜ਼ਪੁਰ ਜੇਲ੍ਹ। ਸਾਨੂੰ ਫਿਰੋਜ਼ਪੁਰ ਜੇਲ੍ਹ 'ਚ ਭੇਜਤਾ। ਅਤੇ ਜਦੋਂ ਫਿਰੋਜ਼ਪੁਰ ਜੇਲ੍ਹ 'ਚ ਜਿੱਦਣ ਭੇਜਣਾ ਸੀ, ਉਹ ਤੇਜਿੰਦਰਪਾਲ ਸਿੰਘ ਟਿੰਮਾ ਗੰਗਾਨਗਰ ਵਾਲਿਆਂ ਨੇ ਉਹਨਾਂ ਸਾਨੂੰ ਮਤਲਬ ਕਲਗੀਆਂ ਲਿਆਂਦੀਆਂ, ਹਾਰ ਲਿਆ ਕੇ ਅਤੇ ਪੱਗਾਂ 'ਤੇ ਕਲਗੀਆਂ ਲਾ ਕੇ ਅਤੇ ਸਾਨੂੰ ਉੱਥੋਂ ਤੋਰਿਆ। ਸਿਹਰੇ ਲਾਏ ਨਾਲ, ਜਿੰਨੇ ਬੰਦੇ ਸਾਰਿਆਂ ਨੂੰ ਸਿਹਰੇ ਲਾਏ, ਉੱਥੋਂ ਤੋਰਿਆ। ਇਸੇ ਤਰ੍ਹਾਂ ਹੀ ਫਿਰੋਜ਼ਪੁਰ ਜੇਲ੍ਹ 'ਚ ਆਏ। ਜਦੋਂ ਫਿਰੋਜ਼ਪੁਰ ਜੇਲ੍ਹ 'ਚ ਆਏ ਤਾਂ ਉਹ ਜੇਲ੍ਹ ਵਾਲੇ ਹੱਸਣ ਲੱਗ ਪਏ, ਇਹ ਬਰਾਤ ਕਿੱਥੋਂ ਆ ਗਈ ਆ? ਇਹ ਬਰਾਤ ਗੰਗਾਨਗਰ ਤੋਂ ਆਈ ਆ। ਇੱਦਾਂ ਕਰਦਾ ਫਿਰ ਅਸੀਂ ਹਫ਼ਤਾ ਫਿਰੋਜ਼ਪੁਰ ਜੇਲ੍ਹ 'ਚ ਰਹੇ। ਫਿਰੋਜ਼ਪੁਰ ਕਿੰਨਾ ਚਿਰ ਰਹੇ? ਹਫ਼ਤਾ ਕੀ ਰਹੇ ਫਿਰੋਜ਼ਪੁਰ। ਫਿਰ ਉਸ ਤੋਂ ਬਾਅਦ ਸਾਨੂੰ ਅੰਮ੍ਰਿਤਸਰ ਨਾਲ ਟ੍ਰਾਂਸਫਰ ਕਰਤਾ। ਕਿੰਨੇ ਚਿਰ ਜੇਲ੍ਹ 'ਚ ਰਹੇ? ਮੈਂ ਪੁੱਛਿਆ। ਅੰਮ੍ਰਿਤਸਰ ਜੇਲ੍ਹ ਦੇ ਵਿੱਚ ਅਸੀਂ ਮਤਲਬ ਕੋਈ ਮੇਰਾ ਸਾਲ ਦੇ ਕਰੀਬ ਰਹੇ ਹਾਂ। ਸਾਲ ਕੀ ਸਾਨੂੰ ਲੱਗਾ ਸੀਗਾ ਅਤੇ ਉੱਥੇ ਤਾਂ ਸਾਡਾ ਇੱਕ ਮਤਲਬ ਜਿੱਦਾਂ ਕਹਿੰਦੇ ਕਿ ਮਤਲਬ ਧਰਮੀ ਫੌਜੀਆਂ ਦਾ ਉੱਥੇ ਰਾਜ ਸੀਗਾ। ਜੇ ਕੋਈ ਪਿੰਡ ਆਪਣਾ ਜੇਲ੍ਹ ਦੇ ਵਿੱਚ ਦੰਗਾ ਹੋਣਾ, ਇਹਨਾਂ ਹਵਾਲਾਤੀਆਂ ਨੇ ਕਰਨਾ ਜਾਂ ਮੁੰਡਿਆਂ ਪੱਖੋਂ ਕਹਾਉਣਾ, ਅਤੇ ਉਹ ਡਿਪਟੀ ਨੇ ਕਹਿਣਾ ਧਰਮੀ ਫੌਜੀਆਂ ਨੂੰ ਲਿਆਓ, ਉਹੋ ਹੀ ਨਿਬੇੜਨਗੇ। ਜਦੋਂ ਅਸੀਂ ਜਾਣਾ, ਉਹ ਮੁੰਡਿਆਂ ਨੇ ਸਾਡਾ ਇੰਨਾ ਸਤਿਕਾਰ ਕਰਨਾ ਕਿ ਅਸੀਂ ਇਸ਼ਾਰਾ ਹੀ ਕਰ ਦੇਣਾ ਵੀ ਜਾਓ ਅੰਦਰ ਚੱਲ ਜਾਓ। ਇੰਨਾ ਹੀ ਕਹਿਣ ਦੀ ਦੇਰ ਉਸ ਵੇਲੇ ਸਾਰੀ ਚੱਲ ਜਾਂਦੀ। ਇਹ ਰਿਪੋਰਟ ਕੁੜੀਆਂ ਵੀ ਮੁੜ ਕੇ ਉੱਪਰ ਚਲੇ ਗਈ। ਇਹ ਤਾਂ ਮਤਲਬ ਫੌਜੀ ਫਿਰ ਉੱਥੇ ਅਸੀਂ ਮਤਲਬ ਦਮਦਮੀ ਟਕਸਾਲ ਦੇ 5 ਪਿਆਰੇ ਸੱਦ ਕੇ ਅਤੇ ਜੇਲ੍ਹ ਦੇ ਅੰਦਰ ਅੰਮ੍ਰਿਤ ਪਾਨ ਕਰਿਆ, ਅੰਮ੍ਰਿਤ ਛਕਾਇਆ ਸਿੰਘਾਂ ਨੂੰ। ਉਹਨਾਂ ਸਿੰਘਾਂ ਦਾ ਲੰਗਰ ਵੱਖਰਾ ਕਰਾ ਕੇ ਦਿੱਤਾ। ਇਹੋ ਜਿਹੀਆਂ ਕਾਰਵਾਈਆਂ ਦੇ ਨਾਲ ਫਿਰ ਸਾਨੂੰ
ਸਰਕਾਰ ਨੂੰ ਬਰਦਾਸ਼ਤ ਨਾ ਹੋਇਆ ਪੂਰੀ ਤੇ ਉਹਨਾਂ ਨੇ ਸਾਨੂੰ ਵੱਖਰੀਆਂ ਵੱਖਰੀਆਂ ਜੇਲ੍ਹਾਂ 'ਚ ਭੇਜਤਾ, ਜਿਨ੍ਹਾਂ ਦੇ ਵਿੱਚ ਕਿਸੇ ਨੂੰ ਪਟਿਆਲੇ, ਕਿਸੇ ਨੂੰ ਨਾਭੇ। ਸਾਨੂੰ ਨਾਭੇ ਭੇਜਿਆ, ਫਿਰ ਨਾਭੇ ਵਾਲਿਆਂ ਨੇ ਲਿਆਉਣਾ ਸਾਨੂੰ ਵਾਪਸ ਪਟਿਆਲੇ ਭੇਜਿਆ। ਪਟਿਆਲੇ ਵਾਲੇ ਵੀ ਸਾਡੇ ਕੋਲ ਧਰਮੀ ਫੌਜੀ ਅੱਗੇ ਬਹੁਤ ਆ। ਫਿਰ ਸਾਨੂੰ ਲੁਧਿਆਣੇ ਮਤਲਬ ਜੇਲ੍ਹ 'ਚ ਲੈ ਗਏ। 3 ਕੁ ਮਹੀਨੇ ਮੈਂ ਲੁਧਿਆਣੇ ਜੇਲ੍ਹ 'ਚ ਰਿਹਾ। ਉੱਥੇ ਪਤਾ ਲੱਗ ਗਿਆ ਕਿ ਬਾਬਾ ਗੁਰਬਚਨ ਸਿੰਘ ਮਾਣੂੰਚਲ ਦਾ ਭਰਾ ਵਾ। ਲੁਧਿਆਣੇ ਜੇਲ੍ਹ ਵਾਲਿਆਂ ਨੇ ਉਹ ਸਰਕਾਰ ਨੂੰ ਉਸੇ ਕਹਿ ਕੇ ਵੀ ਸਾਨੂੰ ਇਹ ਤੋਂ ਖਤਰਾ, ਇਹ ਕਿਸੇ ਵੀ ਟਾਈਮ 'ਤੇ ਭਗੌੜਾ ਹੋ ਸਕਦਾ, ਅਤੇ ਮੈਨੂੰ ਸੰਗਰੂਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਇਕੱਲੇ ਨੂੰ। ਹਾਈ ਸਿਕਿਉਰਿਟੀ ਜੇਲ੍ਹ ਸੀ ਜਿਹਦੇ ਵਿੱਚ ਮੈਨੂੰ ਇਕੱਲੇ ਨੂੰ ਭੇਜਿਆ ਗਿਆ। ਮੈਨੂੰ ਜਾਂਦਿਆਂ ਨੂੰ ਆਪਣੀ ਉਹਦੇ 'ਚ ਬੰਦ ਕਰਤਾ, ਕੋਹੜੀ 'ਚ, ਜਿਹਨੂੰ ਚੱਕੀਆਂ ਕਹਿੰਦੇ। ਮੈਂ ਉੱਥੇ ਜਿਹੜਾ ਸੀ ਉਹ ਲਾਤਾ ਆਪਣਾ ਭੁੱਖ-ਹੜਤਾਲ ਰੱਖਤੀ ਇਕੱਲੇ ਨੇ। 17 ਦਿਨ ਮੈਂ ਰੋਟੀ ਨਹੀਂ ਖਾਧੀ। 17 ਦਿਨ ਹੀ ਜਦੋਂ ਮੈਨੂੰ ਕੱਢ ਕੇ ਤੇ ਇਹਨਾਂ ਦੇ ਨਾਲ 20 ਗਲਾਸੀਆਂ ਦੇ ਨਾਲ ਪਾਇਆ, ਇੱਥੇ ਮੰਜੇ ਤੇ ਬਿਸਤਰੇ ਮਿਲਦੇ ਆ, ਕਿਉਂਕਿ ਮੈਂ ਇੱਧਰੋਂ BA ਕਰ ਚੁੱਕਾ ਹਾਂ ਅਤੇ ਉੱਧਰੋਂ ਸਰਕਾਰ ਦੀ ਵੀ ਹਦਾਇਤ ਸਾਨੂੰ ਨਹੀਂ ਵੀ ਇਹਨਾਂ ਨੂੰ 20 ਗਲਾਸ ਦੇਣੀ ਸਾਰਿਆਂ ਨੂੰ। ਉਹ ਫਿਰ ਜਦੋਂ ਉੱਥੇ ਖੜਿਆ ਫਿਰ ਮੈਂ ਰੋਟੀ ਖਾਧੀ। VP ਸਿੰਘ ਪ੍ਰਧਾਨ ਮੰਤਰੀ ਥੋੜ੍ਹਾ ਚਿਰ ਰਿਹਾ। ਉਹਨਾਂ ਦਿਨਾਂ ਦੇ ਜਿਹੜੇ ਸਾਡੇ 2-2 ਸਾਲ ਵਾਲੇ ਬੰਦੇ ਸੀ ਨਾ, 2 ਸਾਲ 3 ਸਾਲ ਵਾਲੇ, ਉਹ ਜਦੋਂ ਨਿਕਲਦੇ ਸੀ ਤਾਂ ਉਹ ਖੜਕੋਂ ਨਾਲ ਲੱਗਦੇ ਸੀ। ਜਿਹਦੀ ਰਿਪੋਰਟ ਫਿਰ ਉੱਪਰ ਗਈ ਵੀ ਹੋਵੇ ਨਾ ਤੇ ਇਹਨਾਂ ਨੂੰ ਰਿਹਾ ਕੀਤਾ ਜਾਵੇ, ਰਿਹਾ ਕਰਕੇ ਤੇ ਇਹਨਾਂ ਮਤਲਬ ਧਾਰਮਿਕ ਵੇਗ 'ਚ ਆ ਕੇ ਇਹਨਾਂ ਨੇ ਇੱਕ ਸਟੈਪ ਚੁੱਕਿਆ ਤੇ ਜਿੰਨੀ ਇਹਨਾਂ ਸਜ਼ਾ ਕੱਟ ਲਈ ਉਨੀ ਕੱਟ ਲਈ, ਬਾਕੀ ਇਹਨਾਂ ਨੂੰ ਰਿਹਾ ਕਰ ਦਿੱਤੀ। ਤੇ VP ਸਿੰਘ ਸਰਕਾਰ ਨੇ, VP ਸਿੰਘ ਮੰਨ ਗਿਆ ਇਹ ਗੱਲ ਦੇ ਉੱਤੇ, ਬਰਨਾਲੇ ਦੀ ਗੱਲ ਨਾਲ ਰਿਹਾ ਕਰਤਾ। ਤੇ ਸਾਨੂੰ ਫਿਰ ਵਿਦ ਲੈਟਰ, ਇੰਟਰਵਿਊ ਲੈਟਰ ਦੇ ਨਾਲ ਸਾਨੂੰ ਮਤਲਬ ਉਹਨਾਂ ਨੇ ਰਿਹਾ ਕੀਤਾ। ਜਦੋਂ ਰਿਹਾਈ ਦੇ ਆਰਡਰ ਆ ਗਏ ਸਾਰੇ ਤੇ ਰਿਹਾ ਹੋ ਗਏ। ਮੇਰਾ ਅੰਮ੍ਰਿਤਸਰ ਲੈਟਰ ਆਉਣਾ ਸੀ, ਲੈਟਰ ਮੇਰਾ ਅੰਮ੍ਰਿਤਸਰ ਆ ਗਿਆ। ਮੈਂ ਸੰਗਰੂਰ ਸੀ। ਸੰਗਰੂਰੋਂ ਜਦੋਂ ਮੈਂ ਇਕੱਲੇ ਨੂੰ ਲਿਆਂਦਾ ਗਿਆ ਤੇ ਮੈਂ ਉਹਨੂੰ ਪੁੱਛਿਆ ਵੀ ਆਰਡਰ ਨਹੀਂ ਗਿਆ, ਇਹ ਸਾਨੂੰ ਤਾਂ ਉੱਥੇ ਕੱਢਿਆ। ਤਾਂ ਮੈਂ ਹਾਈ ਸਿਕਿਉਰਿਟੀ ਜੇਲ੍ਹ 'ਚ 3.5 ਸਾਲ ਮੈਨੂੰ ਹੋ ਗਏ ਸੀ ਉੱਥੇ ਰਹਿੰਦੇ। ਅਤੇ ਉਦੋਂ ਬਾਅਦ ਦੇ ਵਿੱਚ ਮਤਲਬ ਦੂਜਾ ਇੱਥੇ ਆ ਗਏ, ਅੰਮ੍ਰਿਤਸਰ ਆਏ। ਜਦੋਂ ਅੰਮ੍ਰਿਤਸਰ ਆਉਂਦੇ ਮੈਨੂੰ ਕਹਿੰਦੇ ਵੀ ਤੁਸੀਂ ਇੱਦਾਂ ਕਰੋ ਕਿ ਸਮਾਨ ਇੱਥੇ ਰੱਖ ਦਿਓ, ਤੁਹਾਡੀ ਰਿਹਾਈ ਆ, ਅਤੇ ਤੁਸੀਂ ਇੱਕ ਨਹੀਂ ਅੰਦਰ ਜਾਓ ਚੱਕਰ 'ਚ, ਜਿੱਥੇ ਜੇਲ੍ਹ ਦਾ ਚੱਕਰ ਹੁੰਦਾ, ਉੱਥੇ ਆਪਣਾ ਨਾਂ ਲਿਖਾ ਕੇ ਅਤੇ ਨਾਲ ਹੀ ਵਾਪਸੀ ਨਾਂ ਲਿਖਾ ਲਓ ਵੀ ਮੈਂ ਚੱਲਿਆ ਰਿਹਾ ਹੋ ਗਿਆ। ਉੱਥੋਂ ਤੱਕ ਮੈਨੂੰ ਚੱਕਰ ਤੱਕ ਜਾਣਾ ਪਿਆ। ਸਮਾਨ ਮੇਰਾ ਡੇਅਰੀ 'ਚ ਹੀ ਰਿਹਾ। ਉੱਥੋਂ ਹੀ ਉਹਨਾਂ ਨੂੰ ਦਫ਼ਤਰੋਂ ਇੰਟਰਵਿਊ ਲੈਟਰ ਦੇ ਦਿੱਤਾ ਕਿ ਤੁਹਾਡੀ 15 ਤਰੀਕ ਨੂੰ ਜਿਹੜੀ ਆ ਉਹ ਚੰਡੀਗੜ੍ਹ ਇੰਟਰਵਿਊ ਆ। ਚੰਡੀਗੜ੍ਹ ਦੇ ਵਿੱਚ ਇੰਟਰਵਿਊ ਹੋਈ ਤਾਂ ਸਿਰਫ ਮੈਂ ਇੱਕ BA ਕੁਆਲੀਫਾਈਡ ਜਿਹੜਾ ਮੈਂ ਹੀ ਇਕੱਲਾ ਸੀ। ਬਾਕੀ ਸਾਰੇ ਫੌਜੀ ਜਿਹੜੇ ਉਹ 10+ ਸੀਗੇ। ਅਤੇ ਆਰਡਰ ਤੋਂ ਇਹ ਸੀਗੇ ਜਿਹੜੇ 10+ ਹੈਗੇ ਆ ਉਹਨਾਂ ਨੂੰ ਇੰਸਪੈਕਟਰ ਪੋਸਟ ਦੇਣੀ। ਤਾਂ RO ਮੈਨੂੰ ਕਹਿਣ ਲੱਗਾ, ਕਹਿੰਦਾ ਇੱਕ ਬੰਦਾ ਜਿਹੜਾ ਤੂੰ ਸਾਡੇ ਇੰਸਪੈਕਟਰ ਪੋਸਟ ਦੇ ਫਿੱਟ ਆ, ਬਾਕੀ ਦੇ ਸਾਰੇ ਸਾਨੂੰ ਹੁੰਦਾ ਵੀ ਉੱਤੋਂ ਸਰਕਾਰੀ ਹਦਾਇਤ ਮੁਤਾਬਕ ਸਾਨੂੰ ਰੱਖਣੇ ਪੈਣੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇੱਕੋ ਬੰਦਾ ਜਿਹਨੂੰ ਤੁਹਾਨੂੰ ਨੌਕਰੀ ਨਹੀਂ ਦੇਣੀ, ਬਾਕੀ ਜਿਹੜੇ ਸਾਰੇ ਉਹਨਾਂ ਨੂੰ ਤੁਹਾਨੂੰ ਨੌਕਰੀ ਦੇ ਦੇਣੀ। ਮੈਨੂੰ ਕਹਿੰਦਾ ਇਹ ਕੀ ਗੱਲ? ਮੈਂ ਕਿਹਾ ਜੀ ਲੈਟ ਦਾ ਕੈਟ ਆਊਟ ਉਹਦਾ ਬੈਗ। ਇੰਨੀ ਗੱਲ ਕਹਿ ਕੇ ਉਹਨੂੰ ਉਹਦੇ ਇੰਟਰਵਿਊ ਤੋਂ ਬਾਹਰ ਆ ਗਿਆ। ਸਾਰੇ ਜਵਾਨਾਂ ਜਿੰਨੇ ਹੀ ਸਾਡੇ ਧਰਮੀ ਫੌਜੀ ਉਹਨਾਂ ਨੂੰ ਇੰਟਰਵਿਊ ਲੈਟਰ ਮਿਲ ਗਏ, ਅਪਾਇੰਟਮੈਂਟ ਲੈਟਰ ਆ ਗਏ ਘਰੇ। ਇਹਨਾਂ ਜਾ ਕੇ ਡਿਊਟੀਆਂ ਜੁਆਇਨ ਕਰ ਲਈਆਂ। ਮੇਰੇ ਕੋਲ ਕੋਈ ਨਾ ਆਇਆ। ਮੈਂ ਚੰਡੀਗੜ੍ਹ ਗਿਆ RO ਕੋਲ। RO ਨੇ ਜਦੋਂ ਫਾਈਲ ਮੰਗਾਈ ਉਹਦੇ 'ਚ ਪੁਲਿਸ ਰਿਪੋਰਟ ਦੇ ਵਿੱਚ ਲਿਖਿਆ ਸੀ ਕਿ ਤਰਲੋਚਨ ਸਿੰਘ ਜਿਹੜਾ ਇਹ ਬਾਬਾ ਗੁਰਬਚਨ ਸਿੰਘ ਮਾਣੂੰਚਲ ਦਾ ਭਰਾ ਵਾ, ਜੋ ਇਹ ਕੈਟਾਗਰੀ ਦਾ ਅੱਤਵਾਦੀ ਹੈ, ਅਤੇ ਇਹਨੂੰ ਜਿਹੜੀ ਸਰਵਿਸ ਦੇਣੀ ਲੋਕ ਇਹਦੇ ਹੱਕ 'ਚ ਨਹੀਂ। ਮੈਨੂੰ RO ਕਹਿੰਦਾ ਵੀ ਜਾ ਅਜੇ ਵੀ ਪੁਲਿਸ ਰਿਪੋਰਟ ਸਹੀ ਕਰ ਲਿਆ ਅਤੇ ਮੈਂ ਤੈਨੂੰ ਤੇਰਾ ਲੈਟਰ ਆਪਣੀ ਅਪਾਇੰਟਮੈਂਟ ਦੇ ਦਾਂਗਾ। ਪਰ ਮੈਨੂੰ ਪੁਲਿਸ ਤੋਂ ਇਹ ਪੂਰਾ ਫੁੱਲ ਯਕੀਨ ਸੀਗਾ ਕਿ ਪੁਲਿਸ ਨੇ ਮੇਰੀ ਰਿਪੋਰਟ ਕਲੀਅਰ ਨਹੀਂ ਕਰਨੀ। ਇਹ ਕਰਕੇ ਮੈਂ ਉਹ ਕਹਾਣੀ ਨੂੰ ਉੱਥੇ ਛੱਡਤਾ। ਛੱਡਣ ਤੋਂ ਬਾਅਦ ਫਿਰ ਆਪਣਾ ਘਰ ਕੰਮ ਕਰਨਾ।